ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ। ਇਸ ਵੀਡੀਓ ਵਿੱਚ ਅਸੀਂ HCF ਅਰਥਾਤ ਹਾਈਐਸਟ ਕਾਮਨ ਫੈਕਟਰ ਜਿਹਨੂੰ ਅਸੀਂ ਕਹਿੰਦੇ ਹਾਂ ਮਹੱਤਮ ਸਮਾਪ ਵਰਤਕ, ਉਹਦੇ ਬਾਰੇ ਅਸੀਂ ਸਿੱਖਾਂਗੇ। ਇਹਦੀ ਪਰਿਭਾਸ਼ਾ ਸਿੱਖਾਂਗੇ, ਇਹ ਕੀ ਹੁੰਦਾ ਹੈ, ਤੇ ਇਹਦੇ ਨਾਲ ਜੁੜੀਆਂ ਬਹੁਤ ਸਾਰੇ ਨੁਕਤੇ ਨੇ ਕੰਮ ਦੇ, ਉਹ ਵੀ ਅਸੀਂ ਸਿੱਖਾਂਗੇ। ਸੋ ਇਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਸਿੱਖਣ ਵਾਲੀਆਂ ਨੇ ਤੇ ਨੋਟ ਕਰਨ ਵਾਲੀਆਂ ਨੇ। ਤੁਸੀਂ ਸਾਰੇ ਆਪਣੀ ਨੋਟਬੁੱਕ ਅਤੇ ਪੈਨ ਲੈ ਲਓ ਤੇ ਸਾਰੀਆਂ ਗੱਲਾਂ ਨੂੰ ਆਪਣੀ ਤੁਸੀਂ ਨੋਟਬੁੱਕ ਵਿੱਚ ਉਤਾਰ ਲੈਣਾ ਤੇ ਇਹਨਾਂ ਦਾ ਅਭਿਆਸ ਕਰਨਾ ਹੈ। ਇਹਦੇ ਵਿੱਚ ਤੁਹਾਨੂੰ ਉਦਾਹਰਨ ਵੀ ਦਿੱਤੇ ਗਏ ਨੇ, ਉਦਾਹਰਨਾਂ ਨੂੰ ਵੀ ਦੇਖ ਲਓ ਤੇ ਉਹਦੇ ਆਧਾਰ ਤੇ ਤੁਸੀਂ ਹੋਰ ਉਦਾਹਰਨ ਲੈ ਕੇ ਆਪ ਚਾਹੇ ਆਪਣੀ ਕਿਤਾਬ ਵਿੱਚੋਂ ਜਾਂ ਆਪਣੇ ਤੌਰ ਤੇ ਇਹਨਾਂ ਦਾ ਅਭਿਆਸ ਕਰੋ। ਅੱਗੇ ਵਧਣ ਤੋਂ ਪਹਿਲੇ ਮੈਂ ਦੱਸਦਾ ਪਿਆਰੇ ਵਿਦਿਆਰਥੀਓ, ਇਸੀ ਚੈਨਲ ਦੇ ਉੱਤੇ ਹੋਰ ਬਹੁਤ ਸਾਰੀਆਂ ਪਲੇਲਿਸਟਾਂ ਬਣੀਆਂ ਹੋਈਆਂ ਹਨ, ਜਿਵੇਂ 5th ਇੰਗਲਿਸ਼, 6th ਇੰਗਲਿਸ਼, 7th ਇੰਗਲਿਸ਼, 8th ਇੰਗਲਿਸ਼, 9th ਇੰਗਲਿਸ਼। ਇਸੇ ਤਰ੍ਹਾਂ 8th ਸਾਇੰਸ, 9th ਸਾਇੰਸ, 10th ਸਾਇੰਸ, ਫਿਰ 6th ਮੈਥ, 8th ਮੈਥ, 9th ਮੈਥ, 10th ਮੈਥ, ਮੈਥ ਟ੍ਰਿਕਸ, ਮੈਥ ਕਨਸੈਪਟਸ, ਗਣਿਤ ਦੇ ਸਿਧਾਂਤ ਜਿਹੜੇ ਕੀ ਹੈ ਅਸੀਂ ਕਰ ਰਹੇ ਹਾਂ। ਸੋ ਤੁਸੀਂ ਚੈਨਲ ਤੇ ਜਾ ਕੇ ਪਲੇਲਿਸਟ ਤੇ ਜਾ ਕੇ ਆਪਣੀ ਲੋੜ ਦੇ ਮੁਤਾਬਕ, ਆਪਣੇ ਵਿਸ਼ੇ ਦੇ ਮੁਤਾਬਕ ਤੁਸੀਂ ਉਹ ਪਲੇਲਿਸਟਾਂ ਤੇ ਦੇਖ ਕੇ ਆਪਣੀ ਲੋੜ ਦੇ ਮੁਤਾਬਕ ਜਿਹੜੇ ਤੁਹਾਡੇ ਵੀਡੀਓ ਨੇ ਤੁਸੀਂ ਉਹ ਦੇਖ ਸਕਦੇ ਹੋ। ਸੋ ਆਓ ਸ਼ੁਰੂ ਕਰੀਏ। ਅਸੀਂ ਜਾਣਦੇ ਹਾਂ ਕਿ ਕਿਸੇ ਵੀ ਸੰਖਿਆ ਦਾ ਗੁਣਨਖੰਡ ਜਿਹਨੂੰ ਅਸੀਂ ਕਹਿੰਦੇ ਹਾਂ ਫੈਕਟਰ, ਉਸ ਸੰਖਿਆ ਦਾ ਪੂਰਾ ਭਾਜਕ ਜਿਹਨੂੰ ਅਸੀਂ ਇੰਗਲਿਸ਼ ਕਹਿੰਦੇ ਐਗਜ਼ੈਕਟ ਡਿਵਾਈਜ਼ਰ ਹੁੰਦਾ ਹੈ। ਇਹ ਗੱਲ ਅਸੀਂ ਪਹਿਲਾਂ ਜਿਹੜੇ ਵੀਡੀਓ ਅਸੀਂ ਬਣਾਏ ਨੇ ਗੁਣਜ ਅਤੇ ਗੁਣਨਖੰਡ ਦੇ, ਉਹਦੇ ਵਿੱਚ ਅਸੀਂ ਚੰਗੀ ਤਰ੍ਹਾਂ ਸਮਝ ਚੁੱਕੇ ਹਾਂ ਕਿ ਜਿਹੜਾ ਸੰਖਿਆ ਦਾ ਗੁਣਨਖੰਡ ਹੁੰਦਾ ਹੈ ਉਹ ਸੰਖਿਆ ਦਾ ਪੂਰਾ ਭਾਜਕ ਹੁੰਦਾ ਹੈ। ਸੋ ਦੋ ਉਦਾਹਰਨ ਲੈ ਲਈਏ, ਇਹ ਥੋੜਾ ਸਾਡੀ ਰਿਵੀਜ਼ਨ ਹੋ ਜਾਏਗੀ ਇੱਕ ਕਿਸਮ ਦੀ। ਇਹ ਗੱਲਾਂ ਮੁੜ ਕੇ ਚੇਤੇ ਆਉਣਗੀਆਂ ਤੇ ਸਾਨੂੰ HCF ਸਮਝਣਾ ਸੌਖਾ ਹੋਏਗਾ। ਸੋ 1, 2, 3, 6, 9 ਅਤੇ 18 ਸੰਖਿਆ 18 ਦੇ ਗੁਣਨਖੰਡ ਹਨ, ਕਿਉਂਕਿ ਇਹ ਸਾਰੇ ਜਿਹੜੇ ਨੇ 1 ਤੋਂ ਲੈ ਕੇ 2, 3, 6, 9, 18 ਇਹ 18 ਨੂੰ ਪੂਰਾ ਭਾਗ ਕਰ ਦਿੰਦੇ ਨੇ। ਠੀਕ ਹੈ। ਠੀਕ ਉਸੇ ਤਰ੍ਹਾਂ 1, 3, 7 ਅਤੇ 21 ਵੀ ਸੰਖਿਆ 21 ਦੇ ਗੁਣਨਖੰਡ ਹਨ, ਕਿਉਂਕਿ 1, 3, 7 ਅਤੇ 21 ਨੂੰ ਪੂਰਾ ਭਾਗ ਕਰ ਦਿੰਦੇ ਹਨ। ਇਸ ਕਰਕੇ ਇਹ 21 ਦੇ ਗੁਣਨਖੰਡ ਹਨ। ਮਹੱਤਮ ਸਮਾਪ ਵਰਤਕ ਕੀ ਹੁੰਦਾ ਹੈ? ਹਾਈਐਸਟ ਕਾਮਨ ਫੈਕਟਰ ਜਾਂ HCF ਦੀ ਲੋੜ 2 ਜਾਂ 2 ਤੋਂ ਵੱਧ ਸੰਖਿਆਵਾਂ ਨਾਲ ਪੈਂਦੀ ਹੈ, ਕਿਉਂਕਿ ਕਾਮਨ ਦੀ ਗੱਲ ਹੈ ਨਾ ਬੱਚਿਓ, ਸਾਂਝਾ। ਸੋ ਸਾਂਝੀ ਗੱਲ ਤੇ ਜਿੱਥੇ ਦੋ ਗੱਲਾਂ ਹੋਣਗੀਆਂ, 2 ਜਾਂ 2 ਤੋਂ ਵੱਧ ਤਾਂ ਹੀ ਹੋਏਗੀ। ਸੋ HCF ਉੱਥੇ ਹੀ ਵਰਤੋਂ ਵਿੱਚ ਆਉਂਦਾ ਹੈ ਜਿੱਥੇ ਸੰਖਿਆਵਾਂ 2 ਜਾਂ 2 ਤੋਂ ਵੱਧ ਹੋਣ। ਠੀਕ ਹੈ। ਇਹ ਦਿੱਤੀਆਂ ਹੋਈਆਂ ਸੰਖਿਆਵਾਂ ਵਿੱਚ ਸਭ ਤੋਂ ਵੱਡਾ ਸਾਂਝਾ ਗੁਣਨਖੰਡ ਹੁੰਦਾ ਹੈ। ਮਤਲਬ ਕਿ ਸੰਖਿਆਵਾਂ ਲੈ ਲਈਆਂ 2 ਜਾਂ 3, ਸਾਰਿਆਂ ਦੇ ਗੁਣਨਖੰਡ ਕਰ ਲਓ ਤੇ ਦੇਖੋ ਕਿਹੜੇ ਗੁਣਨਖੰਡ ਸਾਂਝੇ ਹਨ, ਤੇ ਉਹ ਸਾਂਝੇ ਗੁਣਨਖੰਡਾਂ ਨੂੰ ਗੁਣਾ ਕਰਕੇ ਇੱਕ ਸਭ ਤੋਂ ਵੱਡਾ ਗੁਣਨਖੰਡ ਆ ਜਾਏਗਾ ਜੋ ਸਾਂਝਾ ਹੋਏਗਾ। ਸੋ ਉਹ ਜਿਹੜਾ ਹੈ ਸਾਂਝਾ ਗੁਣਨਖੰਡ ਸਭ ਤੋਂ ਵੱਡਾ, ਉਹ ਹੁੰਦਾ ਹੈ ਮਹੱਤਮ HCF। ਠੀਕ ਹੈ। ਕਿਉਂਕਿ ਗੁਣਨਖੰਡ ਸੰਖਿਆ ਦਾ ਪੂਰਾ ਭਾਜਕ ਵੀ ਹੁੰਦਾ ਹੈ, ਜੋ ਅਸੀਂ ਗੱਲ ਸਮਝੀ ਹੋਣੀ, ਇਸ ਲਈ ਇਸ ਨੂੰ ਸਭ ਤੋਂ ਵੱਡਾ ਭਾਜਕ ਅਰਥਾਤ ਗ੍ਰੇਟੈਸਟ ਕਾਮਨ ਡਿਵਾਈਜ਼ਰ ਜਾਂ GCD ਵੀ ਕਿਹਾ ਜਾਂਦਾ ਹੈ। ਇਸ ਕਰਕੇ ਬੱਚਿਓ, ਚਾਹੇ HCF ਹੋਵੇ ਚਾਹੇ GCD ਹੋਵੇ, ਗੱਲ ਇੱਕੋ ਹੀ ਹੈ। ਚਾਹੇ ਮਹੱਤਮ ਸਮਾਵਰਤਕ ਹੋਵੇ ਜਾਂ ਸਭ ਤੋਂ ਵੱਡਾ ਭਾਜਕ ਹੋਵੇ, ਤੇ ਗੱਲ ਉਹੀ ਹੈ। ਠੀਕ ਹੈ। ਹੁਣ ਉਦਾਹਰਨ ਲਈਏ ਆਪਾਂ ਸੰਖਿਆਵਾਂ 8 ਅਤੇ 26 ਦਾ ਮਹੱਤਮ ਦੇਖੀਏ ਕੀ ਹੈ। 8 ਦੇ ਗੁਣਨਖੰਡ ਕੀਤੇ 1 ਗੁਣਾ 8, 2 ਗੁਣਾ 4, ਹੋਰ ਕੋਈ ਸੰਭਾਵਨਾ ਨਹੀਂ। ਸੋ 8 ਦੇ ਗੁਣਨਖੰਡ ਲਿਖ ਲਏ ਅਸੀਂ 1, 2, 4, 8। 26 ਦੇ ਗੁਣਨਖੰਡ ਕੀਤੇ 1 ਗੁਣਾ 26, 2 ਗੁਣਾ 13, ਹੋਰ ਕੋਈ ਸੰਭਾਵਨਾ ਨਹੀਂ। ਸੋ 26 ਦੇ ਗੁਣਨਖੰਡ ਅਸੀਂ ਲਿਖ ਲਏ 1, 2, 13, 26। ਹੁਣ ਬੱਚੋ ਦੋਨਾਂ ਨੂੰ ਦੇਖੋ ਨਿਗਾਹ ਮਾਰ ਕੇ, ਇਹਨਾਂ ਵਿੱਚ 1 ਅਤੇ 2 ਹੀ ਸਾਂਝਾ ਹੈ, ਤੇ ਜਿਹੜੇ ਸਾਂਝੇ ਨੇ ਉਹਨਾਂ ਨੂੰ ਮੈਂ ਲਾਲ ਰੰਗ ਦੇ ਦਿੱਤਾ ਹੈ ਤਾਂ ਕਿ ਤੁਹਾਨੂੰ ਸਿੱਧੀ ਪਹਿਲੀ ਨਜ਼ਰੇ ਇਹ ਗੱਲ ਤੁਹਾਡੇ ਨਜ਼ਰੀ ਪੈ ਜਾਏ ਤੇ ਤੁਹਾਨੂੰ ਸਮਝ ਆ ਜਾਏ। ਸੋ ਦੋਨਾਂ ਵਿੱਚ ਗੁਣਨਖੰਡ ਕਿਹੜੇ ਨੇ ਬੱਚਿਓ? 1 ਗੁਣਨਖੰਡ ਸਾਂਝਾ ਹੈ ਤੇ 2 ਸਾਂਝਾ ਹੈ। 4 ਸਾਂਝਾ ਨਹੀਂ, 8 ਸਾਂਝਾ ਨਹੀਂ, 13 ਸਾਂਝਾ ਨਹੀਂ, 26 ਸਾਂਝਾ ਨਹੀਂ। ਸੋ ਇਸ ਲਈ 8 ਅਤੇ 26 ਦਾ ਮਹੱਤਮ ਹੋ ਗਿਆ 1 ਗੁਣਾ 2। ਜਿਹੜੇ ਸਾਂਝੇ ਗੁਣਨਖੰਡ ਨੇ ਉਹਨਾਂ ਨੂੰ ਗੁਣਾ ਕਰਤਾ, ਗੁਣਾ ਕਰਕੇ ਸਭ ਤੋਂ ਵੱਡਾ ਗੁਣਨਖੰਡ ਸਾਡੇ ਕੋਲ ਆਏਗਾ। ਸੋ 2 ਆ ਗਿਆ ਇਹਦਾ ਜਵਾਬ। 8 ਅਤੇ 26 ਦਾ HCF, 8 ਅਤੇ 26 ਦਾ ਮਹੱਤਮ ਹੋ ਗਿਆ 2। ਹੋਰ ਉਦਾਹਰਨ ਦੇਖੀਏ। ਆਓ ਹੁਣ ਸੰਖਿਆਵਾਂ 21, 33 ਅਤੇ 45 ਨੂੰ ਦੇਖੀਏ। ਠੀਕ ਹੈ। ਹੁਣ 21 ਲੈ ਲਈ, ਇਹਦੇ ਗੁਣਨਖੰਡ ਕੀਤੇ 1 ਗੁਣਾ 21, 3 ਗੁਣਾ 7, ਹੋਰ ਕੋਈ ਸੰਭਾਵਨਾ ਨਹੀਂ। 33 ਨੂੰ ਕੀਤਾ 1 ਗੁਣਾ 33, 3 ਗੁਣਾ 11, ਹੋਰ ਕੋਈ ਸੰਭਾਵਨਾ ਨਹੀਂ। 51 ਨੂੰ ਕੀਤਾ 1 ਗੁਣਾ 51, 3 ਗੁਣਾ 17। ਠੀਕ ਹੈ। ਹੁਣ 21 ਦੇ ਗੁਣਨਖੰਡ ਲਿਖ ਲਏ 1, 3, 7, 21। 33 ਦੇ ਲਿਖ ਲਏ 1, 3, 11, 33।
51 ਦੇ ਲਿਖ ਲਏ 1 3 17 51। ਹੁਣ ਬੱਚਿਓ ਦੇਖੋ, ਧਿਆਨ ਨਾਲ ਦੇਖੋ, ਸਿਰਫ ਇੱਕ ਹੋਰ ਤਿੰਨ ਹੀ ਸਾਂਝੇ ਗੁਣਨਖੰਡ ਹਨ ਤਿੰਨਾਂ ਵਿੱਚ, ਤਿੰਨੋਂ ਸੰਖਿਆਵਾਂ ਵਿੱਚ। ਦਿੱਤੀਆਂ ਹੋਈਆਂ ਸਾਰੀਆਂ ਸੰਖਿਆਵਾਂ ਵਿੱਚ ਦੇਖਣਾ ਤੇ ਉਹੀ ਗੁਣਨਖੰਡ ਚੁਣਨੇ ਨੇ ਜਿਹੜੇ ਸਾਂਝੇ ਨੇ। ਇਸ ਲਈ 21 33 ਅਤੇ 51 ਦਾ ਮਹੱਤਮ ਹੋ ਗਿਆ 1 ਗੁਣਾ 3, ਇਹ ਦੋਨਾਂ ਨੂੰ ਗੁਣਾ ਕਰਤਾ ਤੇ ਜਵਾਬ ਆ ਗਿਆ 3। ਸੋ 21 33 ਅਤੇ 45 ਦਾ ਮਹੱਤਮ ਹੋ ਗਿਆ 3, ਕਿਉਂਕਿ ਇਹ 3 ਜਿਹੜਾ ਹੈ ਇਹ ਤਿੰਨਾਂ ਨੂੰ ਭਾਗ ਕਰੇਗਾ, 21 ਨੂੰ ਵੀ, 33 ਨੂੰ ਵੀ, 45 ਨੂੰ ਵੀ। 21 ਨੂੰ 7 ਵੀ ਭਾਗ ਕਰਦਾ ਹੈ, ਪਰ 7 ਇਹਨੂੰ ਭਾਗ ਨਹੀਂ ਕਰਦਾ, ਇਹਨੂੰ ਭਾਗ ਨਹੀਂ ਕਰਦਾ। ਅਸੀਂ ਉਹ ਗੁਣਨਖੰਡ ਲੈਣਾ ਹੈ ਜੋ ਸਾਰਿਆਂ ਨੂੰ ਭਾਗ ਕਰੇ ਤੇ ਉਹਦੇ ਵਿੱਚ ਵੀ ਸਭ ਤੋਂ ਵੱਡਾ ਲੈਣਾ ਹੈ। ਹੁਣ ਜਿਹੜਾ 1 ਹੈਗਾ, 1 ਵੀ ਸਾਰਿਆਂ ਨੂੰ ਭਾਗ ਕਰਦਾ, ਪਰ 1 ਸਭ ਤੋਂ ਵੱਡਾ ਨਹੀਂ ਹੈਗਾ, 3 ਸਭ ਤੋਂ ਵੱਡਾ ਹੈਗਾ ਇਹਦੇ ਵਿੱਚ, ਠੀਕ ਹੈ ਨਾ। ਸੋ 3 ਗੁਣਾ 1 ਕਰਕੇ, ਮਤਲਬ ਕਿ 3 ਏਕਮ 3, ਕਿਉਂਕਿ ਇੱਥੇ 1 ਹੈਗਾ, ਸੋ ਇੱਥੇ 3 ਹੈਗਾ, ਸੋ 3 ਏਕਮ 3 ਹੀ ਹੁੰਦਾ। ਸੋ 3 ਸਭ ਤੋਂ ਵੱਡਾ ਗੁਣਨਖੰਡ ਹੈ ਔਰ ਉਹ ਸਾਂਝਾ ਹੈ, ਇਸ ਕਰਕੇ ਮਹੱਤਮ ਹੋ ਗਿਆ 21 33 ਅਤੇ 21 33 45 ਦਾ ਗੁਣਨਖੰਡ ਹੋ ਗਿਆ 3। ਹੁਣ ਦੇਖੀਏ ਹੋਰ, ਆਓ ਹੁਣ ਸੰਖਿਆਵਾਂ 6 15 ਅਤੇ 34 ਨੂੰ ਵਿਚਾਰੀਏ। 6 34 15 ਅਤੇ 34 ਨੂੰ 6 ਦੇ ਗੁਣਨਖੰਡ ਕੀਤੇ 1 ਗੁਣਾ 6 2 ਗੁਣਾ 3, 15 ਦੇ ਕੀਤੇ 1 ਗੁਣਾ 15 3 ਗੁਣਾ 5, 34 ਦਾ ਕੀਤਾ 1 ਗੁਣਾ 34 2 ਗੁਣਾ 17, ਠੀਕ ਹੈ। ਹੁਣ 6 ਦੇ ਗੁਣਨਖੰਡ ਲਿਖ ਲਏ 1 2 3 6, 15 ਦੇ ਲਿਖ ਲਏ 1 3 5 15, 34 ਦੇ ਲਿਖ ਲਏ 1 2 17 34। ਹੁਣ ਦੇਖੋ ਬੱਚੋ 3 ਇੱਥੇ ਹੈਗਾ, ਦੇਖੋ ਇੱਥੇ ਔਰ ਇੱਥੇ ਸਾਂਝਾ ਹੈ, ਪਰ 3 ਇਹਦੇ ਵਿੱਚ ਨਹੀਂ ਹੈਗਾ। 2 ਇੱਥੇ ਹੈਗਾ ਤੇ 2 ਇੱਥੇ ਵੀ ਹੈਗਾ, ਪਰ 2 ਇਹਦੇ ਵਿੱਚ ਨਹੀਂ ਹੈਗਾ, ਕਿਤੇ ਨਹੀਂ ਹੈਗਾ। ਸੋ ਇੱਕੋ ਹੀ ਗੁਣਨਖੰਡ ਸਾਂਝਾ ਹੈ, ਉਹ ਹੈਗਾ 1। ਸੋ 6 15 ਤੇ 34 ਦਾ ਮਹੱਤਮ ਆ ਗਿਆ 1। ਸੋ ਇੱਕ ਵੀ ਗੁਣਨਖੰਡ, ਇੱਕ ਵੀ ਮਹੱਤਮ ਹੁੰਦਾ ਹੈ, ਠੀਕ ਹੈ। ਸੋ ਕਿਉਂਕਿ ਹੋਰ ਕੋਈ ਹੈ ਹੀ ਨਹੀਂ, ਇੱਕੋ ਹੀ ਸਾਂਝਾ, ਇੱਕ ਸਾਂਝਾ ਹੈ ਸਿਰਫ, ਹੋਰ ਕੋਈ ਸਾਂਝਾ ਹੈ ਹੀ ਨਹੀਂ, ਸਿਰਫ ਇੱਕ ਸੰਖਿਆ ਜਿਹੜੀ ਹੈ ਉਹ ਸਾਂਝੀ ਹੈ ਜੋ ਗੁਣਨਖੰਡ ਹੈ ਤਿੰਨਾਂ ਦਾ। ਸੋ ਇਸ ਕਰਕੇ ਮਹੱਤਮ ਹੋ ਗਿਆ 1। ਅੱਗੇ ਚਲੀਏ। ਹੁਣ ਦੇਖੋ ਬੱਚਿਓ ਦੂਜਾ ਢੰਗ, ਇਹ ਸੀ ਪਹਿਲਾ ਤਰੀਕਾ ਇੱਕ, ਇਹ ਛੋਟੀ ਸੰਖਿਆਵਾਂ ਲਈ ਕੀਤਾ ਜਾ ਸਕਦਾ ਹੈ, ਪਰ ਜਦੋਂ ਸੰਖਿਆਵਾਂ ਵੱਡੀਆਂ ਹੋ ਜਾਣ ਫਿਰ ਉਹ ਗੁਣਨਖੰਡ ਕਰਨ ਵਿੱਚ ਟਾਈਮ ਜ਼ਿਆਦਾ ਲੱਗ ਜਾਂਦਾ ਹੈ। ਸੋ ਅਸੀਂ ਇੱਕ ਹੋਰ ਤਰੀਕਾ ਕਰਦੇ ਹਾਂ, ਉਹਨੂੰ ਕਹਿੰਦੇ ਨੇ ਅਭਾਜ ਗੁਣਨਖੰਡਨ ਰਾਹੀਂ ਮਹੱਤਮ, ਅਰਥਾਤ HCF ਥਰੂ ਪ੍ਰਾਈਮ ਫੈਕਟਰਾਈਜ਼ੇਸ਼ਨ। ਜਿਹੜੇ ਬੱਚਿਆਂ ਨੇ ਅਭਾਜ ਗੁਣਨਖੰਡਨ ਵਾਲਾ ਵੀਡੀਓ ਨਹੀਂ ਦੇਖਿਆ, ਪਹਿਲੇ ਉਹ ਵੀਡੀਓ ਦੇਖ ਲੈਣ, ਉਹ 'ਚ ਸਾਰਾ ਸਮਝਾਇਆ ਗਿਆ ਹੈ ਬੜੇ ਵੇਰਵੇ ਦੇ ਨਾਲ ਕਿ ਅਭਾਜ ਗੁਣਨਖੰਡਨ ਕੀ ਹੁੰਦਾ ਹੈ ਅਤੇ ਕਿਵੇਂ ਕੀਤਾ ਜਾਂਦਾ ਹੈ। ਜਿਸਲੇ ਉਹ ਗੱਲ ਸਮਝ ਜਾਓਗੇ ਫਿਰ ਤੁਸੀਂ ਇਹ ਹਿੱਸਾ ਦੇਖੋ, ਕਿਉਂਕਿ ਜੇ ਤੁਸੀਂ ਇਸ ਤਰ੍ਹਾਂ ਦੇਖੋਗੇ ਫਿਰ ਤੁਹਾਨੂੰ ਪਤਾ ਨਹੀਂ ਲੱਗੇਗਾ ਕਿ ਪ੍ਰਾਈਮ ਫੈਕਟਰਾਈਜ਼ੇਸ਼ਨ ਜਾਂ ਅਭਾਜ ਗੁਣਨਖੰਡਨ ਕਿਵੇਂ ਕੀਤਾ ਜਾਂਦਾ ਹੈ। ਸੋ 'ਚ ਬੜੇ ਸਾਰੇ ਉਦਾਹਰਣ ਲੈ ਕੇ ਤੇ ਬੜੇ ਵੇਰਵੇ ਨਾਲ, ਵਿਸਥਾਰ ਦੇ ਨਾਲ ਸਮਝਾਇਆ ਗਿਆ। ਸੋ ਅੱਗੇ ਵਧਣ ਤੋਂ ਪਹਿਲੇ ਜੇ ਤੁਸੀਂ ਉਹ ਵੀਡੀਓ ਨਹੀਂ ਦੇਖਿਆ ਤੇ ਉਹ ਦੇਖ ਲਓ। ਹਾਂ, ਜੇ ਤੁਹਾਨੂੰ ਪਹਿਲੇ ਹੀ ਪਤਾ ਹੈ, ਜੇ ਤੁਹਾਨੂੰ ਪਤਾ ਹੈ ਕਿ ਅਭਾਜ ਗੁਣਨਖੰਡਨ ਕਿਵੇਂ ਹੁੰਦਾ ਹੈ, ਫਿਰ ਤੁਸੀਂ ਇਸ ਵੀਡੀਓ ਨੂੰ ਦੇਖਣਾ ਜਾਰੀ ਰੱਖੋ। ਸੋ ਆ ਦੇਖੋ, ਮਹੱਤਮ ਹਰੇਕ, ਹੁਣ ਮਹੱਤਮ ਕਿੱਦਾਂ ਲੱਭਿਆ ਜਾਂਦਾ ਹੈ? ਮਹੱਤਮ ਹਰੇਕ ਸਾਂਝੇ ਅਭਾਜ ਗੁਣਨਖੰਡ, ਹਰੇਕ ਸਾਂਝਾ ਅਭਾਜ ਗੁਣਨਖੰਡਨ ਕਰ ਲਿਆ ਤੇ ਉਹਦੇ ਵਿੱਚੋਂ ਸਾਂਝਾ ਅਭਾਜ ਗੁਣਨਖੰਡ ਲੈ ਲਿਆ ਦੀ ਸਭ ਤੋਂ ਛੋਟੀ ਘਾਤ, ਪਾਵਰ ਜਿਹੜੀ ਹੁੰਦੀ ਹੈ, ਰੇਜ਼ ਟੂ ਪਾਵਰ ਜਿਹਨੂੰ ਕਹਿੰਦੇ ਘਾਤ, ਸਭ ਤੋਂ ਛੋਟੀ ਘਾਤ ਲੈ ਕੇ ਅਤੇ ਉਹਨਾਂ ਨੂੰ ਗੁਣਾ ਕਰਕੇ ਪ੍ਰਾਪਤ ਹੁੰਦਾ ਹੈ। ਹੁਣ ਜਿਵੇਂ ਅਸੀਂ ਉਦਾਹਰਣ ਕਰਾਂਗੇ ਤੇ ਸਾਨੂੰ ਸਮਝ ਆ ਜਾਏਗਾ। ਇਹ ਦੇਖੋ, ਸੰਖਿਆਵਾਂ 144 152 ਅਤੇ 204 ਦਾ ਮਹੱਤਮ ਅਸੀਂ ਲਵਾਂਗੇ। ਸੋ ਅਭਾਜ ਗੁਣਨਖੰਡ ਕੀਤਾ ਬੱਚਿਓ। ਅਭਾਜ ਗੁਣਨਖੰਡ ਮੈਂ ਤੁਹਾਨੂੰ ਦੱਸਿਆ ਕਿ ਅਭਾਜ ਗੁਣਨਖੰਡ ਵਿੱਚ ਸਿਰਫ ਤੇ ਸਿਰਫ ਅਭਾਜ ਸੰਖਿਆਵਾਂ ਲਈਆਂ ਜਾਂਦੀਆਂ ਹਨ। ਸਭ ਤੋਂ ਛੋਟੀ ਅਭਾਜ ਸੰਖਿਆ 2, ਫਿਰ 3, 3 ਤੋਂ ਬਾਅਦ 5, 5 ਤੋਂ ਬਾਅਦ 7, 7 ਤੋਂ ਬਾਅਦ 11, ਫਿਰ 13, ਫਿਰ 17, ਫਿਰ 19, ਇਸ ਤਰ੍ਹਾਂ ਕਰਕੇ ਲਈਆਂ ਜਾਂਦੀਆਂ। ਸੋ ਮੈਂ ਦੇਖਿਆ ਇੱਥੇ 4 ਹੈਗਾ, 2 ਨਾਲ ਭਾਗ ਹੋ ਜਾਏਗਾ। ਸੋ 2 ਨਾਲ ਭਾਗ ਕੀਤਾ, ਫਿਰ 2 ਆ ਗਿਆ, ਜਿਸ ਸੰਖਿਆ ਫਿਰ 2 ਨਾਲ ਕੀਤਾ, 6, ਫਿਰ 2 ਨਾਲ ਹੋ ਜਾਏਗਾ, 18, ਫਿਰ 2 ਨਾਲ ਹੋ ਜਾਏਗਾ, ਹੁਣ 9 ਆ ਗਿਆ। ਇਹ 2 ਨਾਲ ਭਾਗ ਨਹੀਂ ਹੋਗਾ ਤੇ ਮੈਂ 3 ਤੋਂ ਕੀਤਾ, 3 3 9 ਤੇ ਇੱਥੇ ਆ ਗਈ ਭਾਜ ਸੰਖਿਆ ਤੇ ਮੈਂ ਇੱਥੇ ਰੋਕ ਲਿਆ। ਸੋ ਮੈਂ ਗਿਣਿਆ ਕਿੰਨੇ 2 ਨੇ, 1 2 3 ਤੇ 4, ਤੇ 3 ਕਿੰਨੇ ਨੇ, 3 1 ਤੇ 2, ਤੇ ਮੈਨੂੰ ਲਿਖਤਾ 2 ਦੀ ਘਾਤ 4 ਤੇ 3 ਦੀ ਘਾਤ 2, ਇਹ ਹੋ ਗਿਆ 144 ਦੇ ਬਰਾਬਰ। ਠੀਕ ਹੈ ਜੀ, ਇਹ ਹੈਗਾ ਅਭਾਜ ਗੁਣਨਖੰਡ ਖੰਡਨ, ਜਿਹਦੇ ਵਿੱਚ ਜਿਹੜੇ ਗੁਣਨਖੰਡ ਨੇ ਉਹ ਸਾਰੇ ਅਭਾਜ ਸੰਖਿਆਵਾਂ ਦੇ ਹੁੰਦੇ ਨੇ। ਠੀਕ ਹੈ, ਹੁਣ 152 ਦਾ ਕਰੀਏ, ਇੱਥੇ ਜਿਸ ਸੰਖਿਆ 2 ਹੈ ਸੋ 2 ਨਾਲ ਭਾਗ ਹੋ ਜਾਏਗੀ। 76 ਆ ਗਿਆ, 76 ਵੀ ਜਿਸ ਸੰਖਿਆ ਫਿਰ 2 ਨਾਲ ਭਾਗ ਹੋ ਜਾਏਗੀ। 38, 38 ਵੀ ਜਿਸ ਸੰਖਿਆ 2 ਨਾਲ ਭਾਗ ਹੋ ਜਾਏਗੀ, ਆ ਗਿਆ 19। ਹੁਣ 19 ਅਭਾਜ ਸੰਖਿਆ ਹੈ, ਸੋ ਮੈਨੂੰ ਅੱਗੇ ਵਧਣ ਦੀ ਲੋੜ ਨਹੀਂ।
सो 2 3 बार आया, 1 2 3 ते 19 एक बार आया, सो 2 ਦੀ ਘਾਤ 3 ਗੁਣਾ 19 ਇਹ ਆ ਗਿਆ ਅਪਾਜ ਗੁਣਨਖੰਡਨ 152 ਦਾ। ਫਿਰ 204 ਦਾ ਕੀਤਾ, ਜਿਸ ਸੰਖਿਆ 2 ਨਾਲ ਭਾਗ ਕੀਤਾ 102, ਫਿਰ 2 ਨਾਲ ਭਾਗ ਕੀਤਾ 51। ਹੁਣ 51 ਇੱਕ ਜਿਹੜਾ ਹੈ ਇੱਥੇ ਇਹ ਟਾਂਗ ਸੰਖਿਆ, ਸੋ ਇਹ 2 ਨਾਲ ਭਾਗ ਨਹੀਂ ਹੋਏਗੀ, ਸੋ 3 ਨਾਲ ਦੇਖਿਆ ਤੇ ਦੇਖਿਆ 17 ਨਾਲ ਭਾਗ ਹੁੰਦਾ, 3 × 3 3 7 21 17 ਭਾਗ ਸੰਖਿਆ, ਸੋ ਮੈਂ ਇੱਥੇ ਰੁਕ ਗਿਆ। ਠੀਕ ਹੈ, ਸੋ 2 × 2 3 × 17, ਸੋ 2 ਦੀ ਘਾਤ 2 3 ਅਤੇ 17। ਹੁਣ ਇਹ ਤਿੰਨੋਂ ਅਪਾਜ ਗੁਣਨਖੰਡਨਾਂ ਨੂੰ ਅਸੀਂ ਇਕੱਠੇ ਕਰਕੇ ਲਿਖਾਂਗੇ ਤਾਂ ਕਿ ਸਾਨੂੰ ਪਤਾ ਲੱਗ ਜਾਏ। ਐਵੇਂ ਇਦਾਂ ਲਿਖ ਦਿੱਤੇ ਆ, ਦੇਖੋ 144 ਇੰਨਾ, 152 ਇੰਨਾ, 204 ਇੰਨਾ। ਹੁਣ ਦੇਖੋ ਬੱਚੋ ਇਹ ਚੋਂ ਅਪਾਜ ਗੁਣਨਖੰਡ ਕਿਹੜਾ ਹੈ? ਇਕੱਲਾ 2 ਹੈ, ਇੱਕ ਇਹ 2, 3 ਨਹੀਂ ਹੈਗਾ, 19 ਨਹੀਂ ਹੈਗਾ, 3 ਇੱਥੇ ਹੈਗਾ ਪਰ ਇੱਥੇ ਨਹੀਂ ਹੈਗਾ। ਸੋ ਸਾਂਝਾ ਅਪਾਜ ਗੁਣਨਖੰਡ ਸਿਰਫ 2 ਹੈ ਤੇ ਘਾਤਾਂ ਕਿਹੜੀਆਂ ਨੇ? ਇੱਕ ਇੱਥੇ 4 ਹੈ, ਇੱਥੇ 3 ਹੈ ਤੇ ਇੱਥੇ 2 ਹੈ, ਤੇ ਮੈਂ ਲੈਣੀ ਸਭ ਤੋਂ ਛੋਟੀ ਘਾਤ। ਇਹ ਦੇਖੋ ਹੁਣ ਅਸੀਂ ਦੇਖਦੇ ਹਾਂ ਕਿ ਸਾਂਝਾ ਅਪਾਜ ਗੁਣਨਖੰਡ 2 ਹੈ ਅਤੇ ਇਹ ਮਤਲਬ ਕਿ 2 ਘਾਤਾਂ 4 3 ਅਤੇ 2 ਨਾਲ ਆਉਂਦਾ ਹੈ, ਤੇ ਮੈਂ ਕਿਹੜੀ ਘਾਤ ਲੈਣੀ ਹੈ ਬੱਚੋ? ਸਭ ਤੋਂ ਛੋਟੀ ਘਾਤ ਲੈਣੀ ਹੈ, ਅਰਥਾਤ ਸਭ ਤੋਂ ਛੋਟੀ ਘਾਤ 2 ਹੈ, ਇਸ ਲਈ ਮਹੱਤਮ ਹੋ ਗਿਆ 2 ਦੀ ਘਾਤ 2 = 4। ਸੋ ਸਿੰਪਲ, ਕਿੰਨਾ ਆਸਾਨ ਹੈ। ਇਸ ਤਰ੍ਹਾਂ ਬੱਚਿਓ ਇਹ ਦੇਖੋ ਸਿਸਟਮੈਟਿਕ ਢੰਗ ਦੇ ਨਾਲ ਕਰਾਂਗੇ ਤੇ ਸਾਨੂੰ ਇਦਾਂ ਆਉਂਦਾ। ਹੁਣ ਤੁਸੀਂ ਇਹਨੂੰ ਭਾਵੇਂ ਇਹਨਾਂ ਦੇ ਗੁਣਨਖੰਡ ਕਰਕੇ ਦੇਖ ਲਓ ਤਾਂ ਵੀ ਜਵਾਬ 4 ਹੀ ਆਏਗਾ, ਤੇ ਅਸੀਂ ਅਪਾਜ ਗੁਣਨਖੰਡ ਕੀਤਾ ਤਾਂ ਵੀ ਸਾਡਾ ਜਵਾਬ ਇਹੀ ਆਇਆ। ਤੇ ਹੁਣ ਅਸੀਂ ਦੇਖਦੇ ਹਾਂ ਅਗਲਾ ਉਦਾਹਰਣ। ਹੁਣ ਦੇਖਦੇ ਹਾਂ ਸੰਖਿਆਵਾਂ 78 126 ਤੇ 168। 78 ਜਿਸ ਸੰਖਿਆ 2 ਨਾਲ ਭਾਗ ਹੁੰਦੀ ਹੈ 3 39 ਆ ਗਿਆ। ਹੁਣ 39 2 ਨਾਲ ਭਾਗ ਨਹੀਂ ਹੋਏਗਾ, ਮੈਂ 3 ਨਾਲ ਕੀਤਾ ਤੇ 13 13 ਭਾਗ ਸੰਖਿਆ ਹੈ, ਸੋ 2 × 3 × 13 2 ਦੀ ਘਾਤ 1 3 ਦੀ ਘਾਤ 1 ਤੇ 13 ਆ ਗਿਆ। ਠੀਕ ਹੈ ਜੀ, ਇੱਕ ਭਾਵੇਂ ਲਿਖੋ ਭਾਵੇਂ ਨਾ ਲਿਖੋ, ਠੀਕ ਹੈ, ਕੋਈ ਫਰਕ ਨਹੀਂ ਪੈਂਦਾ। ਫਿਰ 126 ਨੂੰ ਕੀਤਾ, 2 ਨਾਲ ਭਾਗ ਹੋਇਆ, ਫਿਰ 3 ਨਾਲ ਹੋਇਆ, ਫਿਰ 3 ਨਾਲ ਹੋਇਆ ਤੇ 2 3 2 ਵਾਰੀ ਆਇਆ, 3 ਦੀ ਘਾਤ 2 ਤੇ 7। ਠੀਕ ਹੈ ਜੀ, ਇਹ ਹੋ ਗਿਆ। ਫਿਰ 168 ਕੀਤਾ, 2 ਨਾਲ ਭਾਗ ਹੁੰਦਾ ਹੈ, 84 2 ਨਾਲ ਭਾਗ ਹੁੰਦਾ ਹੈ, ਫਿਰ 42 2 ਨਾਲ ਭਾਗ ਹੁੰਦਾ ਹੈ, ਫਿਰ 21 ਆ ਗਿਆ। ਹੁਣ 2 ਨਾਲ ਭਾਗ ਨਹੀਂ ਹੁੰਦਾ, 3 ਨਾਲ ਭਾਗ ਹੁੰਦਾ, 3 7 21। ਸੋ 2 3 ਵਾਰੀ ਆਇਆ ਤੇ 3 ਇੱਕ ਵਾਰੀ ਆਇਆ, 7 ਇੱਕ ਵਾਰੀ ਆਇਆ, 2 ਦੀ ਘਾਤ 3 3 ਤੇ 7। ਇਹ ਹੋ ਗਿਆ ਅਪਾਜ ਗੁਣਨਖੰਡ। ਹੁਣ ਇਹਨਾਂ ਨੂੰ ਅਸੀਂ ਕਰਦੇ ਹਾਂ ਅਪਾਜ ਗੁਣਨਖੰਡਨ ਹੋ ਗਿਆ, ਤੈਨੂੰ ਇਕੱਠੇ ਲਿਖਦੇ ਹਾਂ। ਇਹ ਦੇਖੋ ਜੀ, ਹੁਣ ਅਸੀਂ ਲਿਖਤਾ ਇਕੱਠੇ। 78 ਇਹ ਹੈਗਾ, 126 ਇਹ ਹੈਗਾ, 168 ਇੱਕ ਹੈਗਾ। ਅਸੀਂ ਦੇਖਦੇ ਹਾਂ ਬੱਚੋ ਹੁਣ 2 ਵੀ ਸਾਂਝਾ ਹੈ ਤੇ 3 ਵੀ ਸਾਂਝਾ ਹੈ, ਤੇ ਅਸੀਂ ਲੈਣੀ ਸਭ ਤੋਂ ਛੋਟੀ ਘਾਤ। ਤਾਂ ਇੱਥੇ ਵਿਸਤਾਰ ਨਾਲ ਲਿਖ ਵੀ ਦਿੱਤਾ ਹੈ। ਅਸੀਂ ਦੇਖਦੇ ਹਾਂ ਕਿ ਸਾਂਝੇ ਅਪਾਜ ਗੁਣਨਖੰਡ 2 ਅਤੇ 3 ਹਨ, ਹੋਰ ਕੋਈ ਤਾਂ ਨਹੀਂ ਹੈਗਾ। 13 ਔਰ 7 ਨਹੀਂ ਹੈਗੇ, 7 ਇਹ ਦੋਨਾਂ 'ਚ ਤਾਂ ਹੈਗਾ ਪਰ ਇੱਥੇ ਨਹੀਂ ਹੈਗਾ। ਠੀਕ ਹੈ, ਤੇ 2 ਜਿਹੜਾ ਹੈ ਉਹ ਘਾਤਾਂ 1 ਅਤੇ 3 ਨਾਲ ਆਇਆ ਹੈ। ਦੇਖੋ 2 1 1 ਤੇ 3, ਅਤੇ 3 ਘਾਤਾਂ 1 ਅਤੇ 3 ਨਾਲ ਆਇਆ ਹੈ, ਤੇ ਮੈਂ ਕਿਹੜੀ ਘਾਤ ਲੈਣੀ? ਸਭ ਤੋਂ ਛੋਟੀ, ਜੋ ਮੈਂ ਲਾਲ ਰੰਗ 'ਚ ਦੇਤੀ ਹੈ। ਇਸ ਲਈ ਮਹੱਤਮ ਹੋ ਗਿਆ 2 ਦੀ ਘਾਤ 1 ਗੁਣਾ 3 ਦੀ ਘਾਤ 1 = 2 × 6। 6 ਆ ਗਿਆ ਇਹਨਾਂ ਸੰਖਿਆਵਾਂ ਦਾ ਮਹੱਤਮ। ਇੱਕ ਉਦਾਹਰਣ ਹੋਰ ਲਈਏ ਹੁਣ। ਸੰਖਿਆਵਾਂ 28 36 ਅਤੇ 77 ਦਾ ਮਹੱਤਮ। 28 ਦਾ ਗੁਣਨਖੰਡ ਕੀਤਾ ਬੱਚਿਓ 2 14 2 7, 2 ਦੀ ਘਾਤ 2 ਤੇ 7 ਆ ਗਿਆ। ਠੀਕ ਹੈ, ਫਿਰ ਆ ਗਿਆ 36 18 9, ਇਹ ਕੀਤਾ 2 2 ਤੇ 3, ਇਹ ਆ ਗਿਆ 2 ਦੀ ਘਾਤ 2 ਤੇ 3 ਦੀ ਘਾਤ 2 1 ਤੇ ਇੱਥੇ 2। ਠੀਕ ਹੈ, ਫਿਰ 7 ਤੇ 11, ਇਹ 7 × 11 ਆ ਗਿਆ। ਹੁਣ ਇਹਨੂੰ ਇਕੱਠੇ ਲਿਖੀਏ। ਇਹ ਦੇਖੋ ਇਕੱਠੇ ਲਿਖਿਆ ਹੁਣ ਬੱਚਿਓ। ਹੁਣ ਦੇਖੋ ਧਿਆਨ ਦੇ ਨਾਲ, 28 ਇਹ ਆ ਗਿਆ, 36 ਇਹ ਆ ਗਿਆ ਤੇ 70 ਇਹ ਆ ਗਿਆ। ਅਸੀਂ ਦੇਖਦੇ ਹਾਂ ਕਿ ਤਿੰਨੋਂ ਸੰਖਿਆਵਾਂ ਵਿੱਚ ਕੋਈ ਵੀ ਸਾਂਝਾ ਅਪਾਜ ਗੁਣਨਖੰਡ ਨਹੀਂ ਹੈ। ਨਹੀਂ ਹੈ, ਦੇਖ ਲਓ ਕੋਈ ਵੀ ਹੈਗਾ ਹੈ ਹੀ ਨਹੀਂ ਕੋਈ। ਇਸ ਲਈ ਮਹੱਤਮ ਹੋ ਗਿਆ 1। ਸੋ ਇਹਦਾ ਅਸੂਲ ਕੀ ਹੈ ਬੱਚਿਓ? ਜਦੋਂ ਕੋਈ ਵੀ ਸਾਂਝਾ ਅਪਾਜ ਗੁਣਨਖੰਡ ਨਾ ਹੋਵੇ ਤਾਂ ਮਹੱਤਮ 1 ਹੁੰਦਾ ਹੈ। ਜਿਹੜੇ ਬੱਚੇ ਅਸੀਂ ਨਾਰਮਲ ਗੁਣਨਖੰਡਨ ਕੀਤਾ ਸੀ ਉਸ ਤੇ 1 ਆਂਦਾ, ਪਰ ਤੁਸੀਂ ਚੇਤਾ ਕਰੋ ਜਦੋਂ ਅਸੀਂ ਵੀਡੀਓ ਬਣਾਇਆ ਵਾਲਾ ਅਪਾਜ ਗੁਣਨਖੰਡਨ, ਉਹ 'ਚ ਅਸੀਂ ਲਿਖਿਆ ਕਿ ਅਪਾਜ ਗੁਣਨਖੰਡਨ ਵਿੱਚ ਸੰਖਿਆ ਆਪ ਅਤੇ 1 ਨੂੰ ਸ਼ਰੀਕ ਨਹੀਂ ਕੀਤਾ ਜਾਂਦਾ, 1 ਨੂੰ ਸ਼ਾਮਿਲ ਨਹੀਂ ਕੀਤਾ ਜਾਂਦਾ। ਅਪਾਜ ਗੁਣਨਖੰਡਨ ਵਿੱਚ ਕਦੀ ਵੀ ਗੁਣਨਖੰਡ 1 ਅਤੇ ਸੰਖਿਆ ਆਪ ਨੂੰ ਸ਼ਾਮਿਲ ਨਹੀਂ ਕੀਤਾ ਜਾਂਦਾ। ਇਸ ਕਰਕੇ 1 ਤੇ ਇੱਥੇ ਹੋਣਾ ਹੀ ਨਹੀਂ, ਕਿਉਂਕਿ ਅਪਾਜ ਗੁਣਨਖੰਡਨ ਵਿੱਚ 1 ਨੂੰ ਸ਼ਾਮਿਲ ਹੀ ਨਹੀਂ ਕੀਤਾ ਜਾਂਦਾ। ਸੋ ਇਹਦਾ ਜਵਾਬ ਕੀ ਹੈ? ਜਦੋਂ ਕੋਈ ਵੀ ਸਾਂਝਾ ਅਪਾਜ ਗੁਣਨਖੰਡ ਨਾ ਹੋਵੇ ਤਾਂ ਮਹੱਤਮ 1 ਹੁੰਦਾ ਹੈ।
अगे चलिए जी। हुण बच्चों आ गया महत्तम पता करन दा छोटा ते तेज ढंग, फास्ट जे करना होवे, मतलब कि तीजा तरीका। इदां बच्चों ग्रिड बना लो, जिद्दां असीं लघुत्तम लई करी दी है, वो लघुत्तम दा वीडियो असीं बनाना है, ठीक है। इदां ग्रिड बना ली, ग्रिड मतलब कि इदां है जिद्दां जाड़ा बना लिया, इदां एक लाइन इदां इदां लेटवियां रेखावां खिचतियां ते एक खड़वी रेखा इदां खिच दित्ती, ठीक है। ते इत्थे संख्यावां लिखती 630, 1050, 1890, वधदे क्रम च लिख लो इदां। हुण तुसीं बच्चों पता की करना है, तुसीं तद ताईं भाग करना है जद ताईं तिन्नों संख्यावां भाग हुंदियां होण, ते कोशिश करो सब तो पहले वड्डी तो वड्डी संख्या नाल भाग करो ताकि तुहाडा काम छेती हो जाए। हुण देखो बच्चों इत्थे सिफर हैगा, इत्थे सिफर हैगा, इत्थे सिफर हैगा, जिथे सिफर होवे संख्या 5 नाल भी भाग होगी, 2 नाल भी भाग होगी, ते जे 5 और 2 दोनों नाल भाग होंदी 10 नाल भी भाग होगी। सो मैं बजाए 2 दे करन दे फिर 5 दे करन, मैं सीधा 10 नाल भाग करता, 10 नाल भाग कीता, 63 आ गया, 105 आ गया, 199 आ गया। हुण मैं देखिया 9 और 8 17, 17 और 1 18, 3 नाल भी भाग होंदा, 9 नाल भी भाग होंदा, क्यों 18 जिहड़ा ते अंकां दा जोड़ जे भाग होंदा 3 और 9 नाल ते संख्या भी भाग होई। 5 और 1 6, 9 नाल भाग नहीं होंदा, 3 नाल भाग होंदा, सो इहदा मतलब मैं 9 ते इस तो बाहर हो गया, मैं 9 नाल भाग नहीं कर सकदा। 3 और 6 9, 3 नाल भाग होंदा, सो मैं 3 नाल भाग करांगा। 21 आ गया, इत्थे 35 आ गया, इत्थे 63 आ गया। हुण मैं देखदा बच्चों मैनूं पहाड़ा आंदा 7 21, 7 5 35, 7 9 63, सो मैं 7 नाल भाग कीता, 3 5 9। हुण देखो बच्चों इत्थे मैं रुक जाना, क्यों? क्योंकि जे मैं 3 नाल भाग करदा ਇਹ ते भाग ਹੁੰਦਾ ਤੇ ਇਹ भी भाग ਹੁੰਦਾ पर 5 भाग नहीं ਹੁੰਦਾ। सो मैं भाग तदों ताईं करनी है ਜਦੋਂ ਤਾਈਂ ਜਿੰਨੀਆਂ ਸੰਖਿਆਵਾਂ ਦਿੱਤੀਆਂ ਹੋਈਆਂ ਨੇ 2 ਜਾਂ 3 ਜਾਂ 4 ਜਿੰਨੀਆਂ ਵੀ, ਉਹ ਸਾਰੀਆਂ ਦੀ ਸਾਰੀਆਂ ਇਕੱਠੀਆਂ ਭਾਗ ਹੁੰਦੀਆਂ ਹਨ ਇੱਕੋ ਸੰਖਿਆ ਦੇ ਨਾਲ, ਬਸ। ਤੇ ਜਿਨ੍ਹਾਂ ਜਿਨ੍ਹਾਂ ਨਾਲ ਭਾਗ ਹੁੰਦੀਆਂ ਉਹਨਾਂ ਨੂੰ ਇੱਥੇ ਰੱਖਣਾ ਤੇ ਸਾਰਿਆਂ ਨੂੰ ਗੁਣਾ ਕਰ ਦੇਣਾ। ਸੋ ਮਹੱਤਮ ਹੋ ਗਿਆ 10 ਗੁਣਾ 3 ਗੁਣਾ 7 ਬਰਾਬਰ 210। ਕਿੰਨਾ ਸੌਖਾ ਬੱਚਿਓ, ਇਹ ਵੀ ਬੜਾ ਤੇਜ਼ ਤਰੀਕਾ ਹੈ। ਇਹ ਗੁਣਨ ਖੰਡਨ ਨਾਲੋਂ ਵੀ ਤੇ ਅਪਾਜ ਗੁਣਨ ਖੰਡਨ ਨਾਲੋਂ ਵੀ ਜ਼ਿਆਦਾ ਤੇਜ਼ ਹੈ, ਪਰ ਇਹ ਅਭਿਆਸ ਦੇ ਨਾਲ ਆਉਂਦਾ, ਇਹ 'ਚ ਤੁਹਾਨੂੰ ਪਹਾੜੇ ਵੀ ਆਉਣੇ ਚਾਹੀਦੇ ਨੇ, ਠੀਕ ਹੈ ਨਾ। ਪਹਾੜੇ ਆਉਂਦੇ ਹੋਣ, ਜਿੱਦਾਂ ਹੁਣ ਕਈ ਵਾਰ 13 ਦਾ ਪਹਾੜਾ, 17 ਦਾ ਪਹਾੜਾ, 19 ਦਾ ਪਹਾੜਾ ਬੱਚਿਆਂ ਨੂੰ ਨਹੀਂ ਆਉਂਦਾ ਹੁੰਦਾ, ਤਾਂ ਉਹਦੇ ਨਾਲ ਫਟਾਫਟ ਦੇਖ ਕੇ ਤੁਸੀਂ ਛੇਤੀ ਕਰ ਸਕਦੇ ਹੋ, ਠੀਕ ਹੈ। ਆਓ ਦੇਖੀਏ, ਉਹ ਇੱਕ ਉਦਾਹਰਨ ਹੋਰ ਦੇਖ ਲਈਏ। ਹੁਣ ਇਹ ਦੇਖੋ 216, 756 ਤੇ 918 ਸੰਖਿਆਵਾਂ ਨੇ ਵੱਡੀਆਂ ਵੱਡੀਆਂ। ਹੁਣ ਬੱਚਿਓ ਤੁਸੀਂ ਸਹਿ ਅਭਾਜ ਸੰਖਿਆਵਾਂ ਵਾਲਾ ਜਿਹੜਾ ਭਾਗ ਦੂਜਾ, ਉਹ ਦੇਖੋ ਸਹਿ ਅਭਾਜ ਸੰਖਿਆਵਾਂ ਭਾਗ ਦੂਜਾ ਵੀਡੀਓ ਜਿਹੜਾ ਉਹਦੇ ਵਿੱਚ ਇਹ ਗੱਲ ਸਮਝਾਈਏ, ਤੇ ਮੈਂ ਥੋੜਾ ਰਿਪੀਟ ਵੀ ਕਰ ਦਿੰਦਾ। ਹੁਣ ਮੈਂ ਭਾਗ ਕਰਨਾ, ਹੁਣ ਦੇਖੋ ਇਹ 2 ਨਾਲ ਭਾਗ ਹੁੰਦਾ ਹੈ ਕਿਉਂਕਿ ਇੱਥੇ 8 ਹੈਗਾ, ਇੱਥੇ 6 ਹੈਗਾ, ਇੱਥੇ 6 ਹੈਗਾ, ਅਰਥਾਤ ਤਿੰਨੋਂ ਸੰਖਿਆਵਾਂ ਜਿਸ ਤੇ ਆਈਆਂ ਨੇ ਤੇ 2 ਨਾਲ ਭਾਗ ਹੋ ਜਾਣਗੀਆਂ। ਤੇ ਮੈਂ ਕਿਹਾ ਮੈਂ 2 ਨਾਲ ਭਾਗ ਕਰਾਂਗਾ ਫਿਰ ਟਾਈਮ ਬੜਾ ਲੱਗੇਗਾ, ਮੈਂ ਕੀ ਹੋਰ ਜੁਗਤੀ ਕੀਤੀ, ਮੈਂ ਕੀਤਾ 8 1 9 ਔਰ 9 18, ਮੈਂ ਦੇਖਿਆ 18 9 ਨਾਲ ਭਾਗ ਹੁੰਦਾ, ਸੋ ਇਹ ਸੰਖਿਆ 9 ਨਾਲ ਭਾਗ ਹੋ ਜਾਏਗੀ। 6 5 11 ਔਰ 7 18, ਲੋ 18 ਇਹ ਵੀ 9 ਨਾਲ ਭਾਗ ਹੁੰਦਾ, ਸੋ 756 ਵੀ 9 ਨਾਲ ਭਾਗ ਹੋਏਗਾ। 6 ਔਰ 7 ਔਰ 2 9, 9 ਵੀ 9 ਨਾਲ ਭਾਗ ਹੁੰਦਾ, ਸੋ 216 ਵੀ 9 ਨਾਲ ਭਾਗ ਹੋਏਗੀ। ਸੋ ਇਹ ਸੰਖਿਆਵਾਂ 2 ਨਾਲ ਵੀ ਭਾਗ ਹੁੰਦੀਆਂ, 9 ਨਾਲ ਵੀ ਭਾਗ ਹੁੰਦੀਆਂ, ਤੇ 2 ਔਰ 9 ਆਪਸ ਵਿੱਚ ਸਹਿ ਅਭਾਜ ਹਨ, ਤੇ 2 ਗੁਣਾ 9 18। ਜੇ ਸਹਿ ਅਭਾਜ ਹੋਣ ਤੇ ਉਹਨਾਂ ਦੇ ਗੁਣਨਫਲ ਨਾਲ ਵੀ ਗੁਣਾ ਹੋਣਗੇ, ਭਾਗ ਹੋਣਗੀਆਂ, ਤੇ 2 ਨਹੀਂ 18, ਤੇ ਮੈਨੂੰ 18 ਦਾ ਪਹਾੜਾ ਆਉਂਦਾ ਤੇ ਮੈਂ ਸਿੱਧਾ ਫਿਰ 18 ਦੇ ਨਾਲ ਭਾਗ ਕਰਤਾ। 18 1 18, 3 ਬਚਿਆ, 18 ਨੂੰ 36, 18 ਚੌਕ 72, 3 ਬਚਿਆ, 6 ਥੱਲੇ ਆਇਆ, 36 18 ਨੂੰ 36, ਫਿਰ ਆ ਗਿਆ 18 5 90, 1 ਬਚਿਆ, 18 1 18। ਲਓ ਜੀ ਇੱਕੋ ਸੱਟੇ ਮੈਂ ਇਹ ਭਾਗ ਕਰਤਾ। ਹੁਣ ਮੈਂ ਦੇਖਦਾ ਕਿ 12 42 ਤੇ 1 ਔਰ 5 6, ਆਪਣਾ 3 ਨਾਲ ਭਾਗ ਹੁੰਦਾ, 2 4 6 3 ਨਾਲ ਭਾਗ ਹੁੰਦਾ, 2 ਔਰ 1 3 ਨਾਲ ਭਾਗ ਹੁੰਦਾ, ਮੈਂ 3 ਨਾਲ ਭਾਗ ਗਿਆ, 3 ਚੌਕ 12, 14 30 42, 17 30 51। ਹੁਣ ਇਹ 2 ਨਾਲ ਭਾਗ ਹੁੰਦਾ, ਇਹ 2 ਨਾਲ ਭਾਗ ਹੁੰਦਾ, ਤੇ ਇਹ 2 ਨਾਲ ਭਾਗ ਨਹੀਂ ਹੁੰਦਾ। ਹੁਣ ਇਹ ਤਿੰਨੋਂ ਸੰਖਿਆਵਾਂ ਕਿਸੇ ਵੀ ਹੋਰ ਸਾਂਝੀ ਸੰਖਿਆਵਾਂ ਨਾਲ ਭਾਗ ਨਹੀਂ ਹੁੰਦੀਆਂ, ਸੋ ਮੈਂ ਇੱਥੇ ਰੋਕ ਦਿੱਤਾ ਤੇ ਮੇਰੇ ਇਹ 2 ਨੰਬਰ ਜਿਹੜੇ ਮੈਨੂੰ ਗੁਣਾ ਕਰਤਾ ਆ ਗਿਆ ਮਹੱਤਮ। ਸੋ ਮਹੱਤਮ 18 30 54, ਕਿੰਨੀ ਸਪੀਡ ਨਾਲ ਹੋ ਗਿਆ ਨਾ ਬੱਚਿਓ। ਸੋ ਇਹ ਵੀ ਬੜਾ ਵਧੀਆ ਤਰੀਕਾ ਹੈ, ਜਦੋਂ ਤੁਸੀਂ ਕੰਪੀਟੀਸ਼ਨ ਦੇ ਪੇਪਰ ਦਿਓਗੇ ਗ੍ਰੈਜੂਏਸ਼ਨ ਤੋਂ ਬਾਅਦ ਤਾਂ ਇਹ ਵਾਲੇ ਤਰੀਕੇ ਕੰਮ ਆਉਣਗੇ। ਪਰ ਬੱਚਿਓ ਇਹ ਤਰੀਕਿਆਂ ਦਾ ਜਿਹੜਾ ਮੁਹਾਰਤ ਹੈਗੀ ਏ ਉਹ ਅਭਿਆਸ ਤੋਂ ਬਿਨਾਂ ਨਹੀਂ ਹੁੰਦੀ। ਸੋ ਤੁਸੀਂ ਸੰਖਿਆਵਾਂ ਬਹੁਤ ਸਾਰੀਆਂ ਲਵੋ, ਕਰੀ ਜਾਓ, ਫਿਰ ਤੁਹਾਡੀ ਸਪੀਡ ਬੜੀ ਤੇਜ਼ ਹੋ ਜਾਏਗੀ। ਹੁਣ ਅਸੀਂ ਕਰੀਏ ਲੰਮੀ ਭਾਗ ਵਾਲੀ ਵਿਧੀ ਰਾਹੀਂ ਮਹੱਤਮ, ਇਹ ਤੀਜੀ ਵਿਧੀ ਹੈ।
ਤੀਜੀ ਕੀ ਬਲਕਿ ਚੌਥੀ। ਪਹਿਲੇ ਅਸੀਂ ਵਿਧੀ ਕੀਤੀ ਆਮ ਜਿਹੜਾ ਗੁਣਨ ਖੰਡਨ, ਸਧਾਰਨ ਗੁਣਨ ਖੰਡਨ। ਫਿਰ ਅਸੀਂ ਕੀਤੀ ਹੈ ਭਾਜ ਗੁਣਨ ਖੰਡਨ। ਫਿਰ ਅਸੀਂ ਕੀਤੀ ਤੇਜ਼ ਵਾਲੀ ਵਿਧੀ, ਗ੍ਰਿਡ ਸਿਸਟਮ, ਜਾਲੇ ਵਾਲਾ ਸਿਸਟਮ। ਹੁਣ ਅਸੀਂ ਕਰਾਂਗੇ ਲੰਮੀ ਭਾਗ ਵਾਲੀ ਵਿਧੀ। ਠੀਕ ਹੈ, ਇਸ ਵਿਧੀ ਵਿੱਚ ਵੱਡੀ ਸੰਖਿਆ ਨੂੰ ਛੋਟੀ ਸੰਖਿਆ ਨਾਲ ਭਾਗ ਕੀਤਾ ਜਾਂਦਾ ਹੈ। ਠੀਕ ਹੈ, ਪ੍ਰਾਪਤ ਹੋਏ ਬਾਕੀ ਨਾਲ, ਬਾਕੀ ਮੈਨੇ ਰਿਮਾਈਂਡਰ ਜੋ ਪ੍ਰਾਪਤ ਹੋਇਆ, ਫਿਰ ਭਾਜਕ ਨੂੰ ਭਾਗ ਕੀਤਾ ਜਾਂਦਾ। ਜਿਹੜਾ ਭਾਜਕ ਸੀਗਾ ਉਹ ਭਾਜ ਬਣ ਜਾਂਦਾ ਹੈ। ਦੁਬਾਰਾ ਫਿਰ ਬਾਕੀ ਜਿਹੜਾ ਨਵਾਂ ਭਾਜਕ ਬਣਦਾ ਹੈ ਅਤੇ ਪਹਿਲਾ ਭਾਜਕ ਭਾਜ ਬਣ ਜਾਂਦਾ ਹੈ। ਇਸ ਪ੍ਰਕਿਰਿਆ ਨੂੰ ਬਾਕੀ 0 ਬਾਕੀ 0 ਪ੍ਰਾਪਤ ਹੋਣ ਤੱਕ ਦੁਹਰਾਇਆ ਜਾਂਦਾ ਹੈ। ਅੱਗੇ ਉਦਾਹਰਨ ਅਸੀਂ ਸਮਝਾਵਾਂਗੇ ਤੁਹਾਨੂੰ। ਜਦੋਂ ਇਸ ਤਰ੍ਹਾਂ ਹੁੰਦਾ ਹੈ ਤਾਂ ਅਖੀਰਲੇ ਭਾਜਕ ਨੂੰ ਮਹੱਤਮ ਲਿਆ ਜਾਂਦਾ ਹੈ। ਜੇਕਰ ਬਾਕੀ 1 ਆਵੇ ਤਾਂ ਮਹੱਤਮ 1 ਹੁੰਦਾ ਹੈ। ਬਸ ਇਹ ਗੱਲ ਯਾਦ ਰੱਖਣੀ ਹੈ। ਹੁਣ ਜਦੋਂ ਅਸੀਂ ਕਰਾਂਗੇ ਉਦਾਹਰਨ ਤੁਹਾਨੂੰ ਗੱਲ ਸਪਸ਼ਟ ਹੋ ਜਾਏਗੀ। ਆਓ ਦੇਖੀਏ ਹੁਣ 70 ਅਤੇ 98 ਦਾ ਮਹੱਤਮ। ਸੋ ਬੱਚਿਓ 98 ਇੱਥੇ ਰੱਖਿਆ, 70 ਕੀਤਾ, 70 ਏਕਮ 70। ਆਓ ਜੀ, ਹੋ ਗਿਆ ਸਿੱਧੇ ਹੀ। ਇਹਦੇ ਭਾਵ 70 ਵੱਡੀ ਸੰਖਿਆ ਹੈ ਤੇ ਇਹ 0 ਹੈਗਾ ਤੇ ਮੈਂ 7 ਏਕਮ 7 ਵੀ ਕਰ ਸਕਦੇ, ਪਰ ਸਿੱਧੇ ਹੀ ਹੋ ਗਿਆ। 70 ਏਕਮ 70 ਤੇ ਆ ਹੀ ਜਾਂਦਾ ਪਤਾ। 8 ਤੇ 9 ਚੋਂ 7 ਗਿਆ 2। ਹੁਣ ਜਿਹੜਾ ਬਾਕੀ ਆਇਆ 8 28 ਬਾਕੀ, ਇਹ ਬਣ ਜਾਏਗਾ ਭਾਜਕ ਤੇ ਜਿਹੜਾ ਪਹਿਲੇ ਭਾਜਕ ਸੀਗਾ ਇਹ ਬਣ ਜਾਏਗਾ ਭਾਜ। ਇਹ ਆ ਜਾਏਗਾ 70 ਥੱਲੇ ਆ ਜਾਏਗਾ। ਹੁਣ ਮੈਂ ਕੀ ਕੀਤਾ, 28 ਗੁਣਾ 56 ਤੇ 6 4 10, 5 ਔਰ 2 7। ਹੁਣ ਆ ਗਿਆ 14 ਤੇ ਇਹ ਜਿਹੜਾ ਸੀਗਾ ਹੁਣ ਭਾਜਕ ਇਹ ਬਣ ਜਾਏਗਾ ਭਾਜ, ਇੱਥੇ ਆ ਜਾਏਗਾ ਅੰਦਰ। ਸੋ ਮੇਰੇ 14 ਗੁਣਾ 28, ਬਾਕੀ ਆ ਗਿਆ 0 ਤੇ ਅਖੀਰਲਾ ਭਾਜਕ ਹੈਗਾ 14। ਸੋ ਮਹੱਤਮ ਬਰਾਬਰ ਆਖਰੀ ਭਾਜਕ ਬਰਾਬਰ 14। 14 ਹੈਗਾ ਇਹਨਾਂ ਸੰਖਿਆਵਾਂ ਦਾ ਮਹੱਤਮ ਜਾਂ HCF। ਠੀਕ ਹੈ, ਹੋਰ ਉਦਾਹਰਨ ਦੇਖੀਏ। 24 ਅਤੇ 35 ਦਾ ਮਹੱਤਮ। 35 24, 24 ਏਕਮ 24, 5 ਚੋਂ 4 ਗਿਆ 1, 3 ਚੋਂ 2 ਗਿਆ 1। ਠੀਕ ਹੈ ਜੀ। ਫਿਰ ਆ ਗਿਆ 11 ਗੁਣਾ 22 ਤੇ 2 ਔਰ 2 4, 2 ਆ ਗਿਆ। ਫਿਰ ਇੱਥੇ 5 ਤੇ 2 ਪੰਜੇ 10, ਇਹ 11, ਇਹ ਦੇਖੋ ਇਹ 24 ਤੇ ਜਿਹੜਾ ਭਾਜਕ ਸੀਗਾ ਇੱਥੇ ਭਾਜ ਬਣ ਗਿਆ, ਇੱਥੇ ਆ ਗਿਆ। ਤੇ ਜਿਹੜਾ ਇਹ 11 ਸੀ ਫਿਰ ਇਹ ਇੱਥੇ 11 ਆ ਗਿਆ, ਥੱਲੇ ਆ ਗਿਆ। ਤੇ 2 ਪੰਜੇ 10 ਤੇ 11 ਚੋਂ 10 ਗਿਆ 1। ਤੇ ਮੈਂ ਤੁਹਾਨੂੰ ਕਿਹਾ ਜਦੋਂ ਬਾਕੀ 1 ਆਵੇ ਤੇ ਮਹੱਤਮ ਹੁੰਦਾ 1। ਸੋ ਮਹੱਤਮ ਬਰਾਬਰ 1। ਠੀਕ ਹੈ, ਅੱਗੇ ਚਲੀਏ। ਹੁਣ ਲੰਮੀ ਭਾਗ ਵਾਲੀ ਵਿਧੀ ਰਾਹੀਂ ਮਹੱਤਮ ਚੱਲਦਾ ਪਿਆ। ਹੁਣ ਜੇ 3 ਸੰਖਿਆਵਾਂ ਹੋਣ, 3 ਤੋਂ ਜ਼ਿਆਦਾ ਸੰਖਿਆਵਾਂ ਦਾ ਮਹੱਤਮ ਕੱਢਣ ਲਈ ਪਹਿਲਾਂ ਕੋਈ ਵੀ 2 ਸੰਖਿਆਵਾਂ ਦਾ ਮਹੱਤਮ ਕੱਢਿਆ ਜਾਂਦਾ ਹੈ। ਜਿਵੇਂ ਅਸੀਂ ਹੁਣੀ ਕੀਤਾ, 3 ਸੰਖਿਆਵਾਂ ਹਨ, 3 ਚੋਂ ਕੋਈ ਵੀ 2 ਲੈ ਲਓ। ਠੀਕ ਹੈ, ਉਹਨਾਂ ਦਾ ਮਹੱਤਮ ਕੱਢ ਲਓ। ਫਿਰ ਉਸ ਪ੍ਰਾਪਤ ਹੋਏ ਮਹੱਤਮ ਅਤੇ ਤੀਜੀ ਸੰਖਿਆ ਦਾ ਮਹੱਤਮ ਕੱਢੋ। ਮਤਲਬ ਮਹੱਤਮ ਦਾ ਤੇ ਤੀਜੀ ਸੰਖਿਆ ਜਿਹੜੀ ਬਚ ਗਈ ਹੈ ਉਹਨਾਂ ਦਾ ਮਹੱਤਮ ਕੱਢੋ ਤੇ ਫਿਰ ਜੋ ਜਵਾਬ ਆਏਗਾ ਉਹ ਤੁਹਾਡਾ ਮਹੱਤਮ ਹੋਏਗਾ। ਆਓ ਦੇਖੀਏ। ਹੁਣ ਦੇਖੋ ਸੰਖਿਆਵਾਂ ਨੇ 3, 49, 91 ਤੇ 112। ਠੀਕ ਹੈ, ਮੈਂ ਕੋਈ ਵੀ 2 ਸੰਖਿਆਵਾਂ ਲੈ ਲਈਆਂ, 91 ਤੇ 112 ਲੈ ਲਈਆਂ। 112 91, ਸੋ 91 ਏਕਮ 91, 2 ਚੋਂ 1 ਗਿਆ 1, 9 ਔਰ 2 11, 21 ਆ ਗਿਆ। ਠੀਕ ਹੈ, ਤੇ ਜਿਹੜਾ ਇਹ ਹੈਗਾ ਭਾਜਕ, ਇਹ ਭਾਜ ਬਣ ਗਿਆ 91 ਤੇ 21 ਚੌਕ 84, 4 ਔਰ 7 11, 8 ਔਰ 1 9। ਤੇ ਇਹ 21 ਜਿਹੜਾ ਸੀਗਾ ਇੱਥੇ ਭਾਜ ਬਣ ਗਿਆ ਤੇ ਮੇਰੇ 7 21 ਬਾਕੀ 0 ਆ ਗਿਆ। ਸੋ ਇਹ ਕੀ ਹੋ ਗਿਆ ਬੱਚਿਓ, ਇਹ 91 ਤੇ 112 ਦਾ ਕੀ ਹੋ ਗਿਆ ਮਹੱਤਮ। ਹੁਣ ਮਹੱਤਮ ਤੇ ਤੀਜੀ ਸੰਖਿਆ 49। ਹੁਣ ਇਹਨਾਂ ਦਾ ਮਹੱਤਮ ਕੱਢਾਂਗੇ। ਸੋ ਇਹ ਮਹੱਤਮ ਤੇ ਤੀਜੀ ਸੰਖਿਆ, तो ये सीधे एक बार ही आ गया 7 7 49। सो यह आ गया 0 ਤੇ ਆਖਰੀ ਭਾਜਕ ਕਿਹੜਾ 7। ਸੋ ਮਹੱਤਮ ਬਰਾਬਰ 7। ਸੋ ਕੋਈ ਵੀ 2 ਸੰਖਿਆਵਾਂ ਲਵੋ, ਮਹੱਤਮ ਕੱਢੋ ਤੇ ਜਿਹੜਾ ਮਹੱਤਮ ਆਵੇ ਉਹਨੂੰ ਹੁਣ ਇੱਕ ਸੰਖਿਆ ਮੰਨ ਲਓ ਤੇ ਜਿਹੜੀ ਤੀਜੀ ਸੰਖਿਆ ਸੀ ਉਹਦੇ ਨਾਲ ਲੈ ਕੇ ਉਹਦਾ ਮਹੱਤਮ ਕੱਢ ਦਿਓ ਤੇ ਜੋ ਆਏਗਾ ਜਵਾਬ ਉਹੀ ਤਿੰਨੋਂ ਸੰਖਿਆਵਾਂ ਦਾ ਮਹੱਤਮ ਹੋਏਗਾ। ਠੀਕ ਹੈ। ਹੁਣ ਬੱਚਿਓ ਕੁਝ ਨੁਕਤੇ ਜਿਹੜੇ ਕਿ ਇਹਨਾਂ ਨਾਲ ਜੁੜੇ ਹੋਏ ਨੇ ਮਹੱਤਮ ਦੇ ਨਾਲ, ਇਹ ਸਾਰੇ ਨੋਟ ਕਰ ਲਓ, ਬੜੇ ਮਹੱਤਵਪੂਰਨ ਨੇ ਤੇ ਇਹ ਤੁਹਾਡੀਆਂ ਜਿਹੜੀਆਂ ਕੰਪੀਟੀਸ਼ਨ ਦੇ ਪੇਪਰ ਹੁੰਦੇ ਨੇ ਉਹਨਾਂ ਵਿੱਚ ਬੜੇ ਕੰਮ ਆਉਂਦੇ ਨੇ। ਸਹਿ ਅਭਾਜ ਸੰਖਿਆਵਾਂ ਜਿਨ੍ਹਾਂ ਨੂੰ ਕਿਹਾ ਜਾਂਦਾ ਕੋ ਪ੍ਰਾਈਮ ਨੰਬਰਸ। ਜੇ ਵੀਡੀਓ ਨਹੀਂ ਦੇਖਿਆ ਤੇ ਤੁਸੀਂ ਸਹਿ ਅਭਾਜ ਸੰਖਿਆਵਾਂ ਵਾਲਾ ਵੀਡੀਓ ਦੇਖ ਲਓ, ਉਹ 'ਚ ਬੜੀਆਂ ਸਾਰੀਆਂ ਗੱਲਾਂ ਸਮਝਾਈਆਂ ਗਈਆਂ ਨੇ। ਸਹਿ ਅਭਾਜ ਸੰਖਿਆਵਾਂ ਦਾ ਮਹੱਤਮ 1 ਹੁੰਦਾ ਹੈ, 1 ਹਮੇਸ਼ਾ। ਜੇ ਸੰਖਿਆਵਾਂ ਸਹਿ ਅਭਾਜ ਹੋਣਗੀਆਂ ਤੇ ਜਵਾਨੀ ਦੇਖ ਕੇ ਪਤਾ ਲੱਗ ਜਾਏਗਾ, ਕਰਨ ਦੀ ਲੋੜ ਹੀ ਨਹੀਂ, ਉਹਦਾ ਜਵਾਬ ਆਏਗਾ 1। ਇਸ ਦੇ ਉਲਟ, ਇਹਦਾ ਉਲਟ, ਜੇਕਰ ਕੋਈ 2 ਸੰਖਿਆਵਾਂ ਦਾ ਮਹੱਤਮ 1 ਹੋਵੇ ਤਾਂ ਉਹ ਸੰਖਿਆਵਾਂ ਸਹਿ ਅਭਾਜ ਹੁੰਦੀਆਂ ਹਨ। ਅਰਥਾਤ ਉਲਟ ਕਰਮ ਵੀ ਸਹੀ ਹੈ।
ਜੇ ਸੰਖਿਆਵਾਂ ਸਹਿ ਅਪਾਜ ਹਨ ਤਾਂ ਮਹੱਤਮ 1 ਹੋਏਗਾ, ਤੇ ਜੇ ਕੋਈ ਵੀ ਦੋ ਸੰਖਿਆਵਾਂ ਦਾ ਮਹੱਤਮ 1 ਆਉਂਦਾ ਹੈ ਤੇ ਇਹਦਾ ਮਤਲਬ ਉਹ ਸੰਖਿਆਵਾਂ ਸਹਿ ਅਪਾਜ ਹਨ। ਠੀਕ ਹੈ। ਅਗਲੀ ਗੱਲ, ਸੰਖਿਆਵਾਂ ਦਾ ਮਹੱਤਮ ਜਾਂ ਸਭ ਤੋਂ ਛੋਟੀ ਸੰਖਿਆ ਦੇ ਬਰਾਬਰ ਹੁੰਦਾ ਹੈ ਜਾਂ ਉਸ ਤੋਂ ਵੀ ਛੋਟਾ ਹੁੰਦਾ ਹੈ। ਜਿੰਨੀਆਂ ਵੀ ਸੰਖਿਆਵਾਂ ਦਿੱਤੀਆਂ ਹੋਈਆਂ ਹਨ, ਜਿਹੜਾ ਮਹੱਤਮ ਹੋਏਗਾ ਉਹ ਜਿਹੜੀਆਂ ਸੰਖਿਆਵਾਂ ਦਾ ਗੁੱਟ ਹੈ, ਗਰੁੱਪ ਹੈ, ਠੀਕ ਹੈ ਨਾ, ਉਹਨਾਂ ਵਿੱਚੋਂ ਜਿਹੜੀ ਸਭ ਤੋਂ ਛੋਟੀ ਸੰਖਿਆ ਹੈ ਜਾਂ ਤੇ ਉਹਦੇ ਬਰਾਬਰ ਹੋਏਗਾ ਤੇ ਜਾਂ ਉਸ ਤੋਂ ਵੀ ਛੋਟਾ ਹੋਏਗਾ। ਸਭ ਤੋਂ ਛੋਟੀ ਸੰਖਿਆ ਤੋਂ ਵੱਡਾ ਕਦੀ ਵੀ ਮਹੱਤਮ ਨਹੀਂ ਹੋ ਸਕਦਾ। ਇਹ ਚੇਤਾ ਰੱਖਣਾ ਹਮੇਸ਼ਾ, ਬੜੀ ਮਹੱਤਵਪੂਰਨ ਗੱਲ ਹੈ। ਤੇ ਅਗਲੀ ਗੱਲ, ਜੇਕਰ ਕੋਈ ਦੋ ਨਾਮਾਲੂਮ ਹੈ ਜਿਹਨਾਂ ਬਾਰੇ ਪਤਾ ਨਹੀਂ, ਅਗਿਆਤ ਕਹਿੰਦੇ, ਜਿਹੜੇ ਕਹਿੰਦੇ ਕਿ ਦੋ ਕੋਈ ਸੰਖਿਆਵਾਂ ਹਨ ਤੇ ਅਸੀਂ ਮੰਨਦੇ ਹਾਂ, ਫਿਰ ਐਕਸ ਪੀ ਕਿਊ ਮੰਨ ਲਓ, ਐਮ ਐਨ ਮੰਨ ਲਓ, ਏ ਬੀ ਮੰਨ ਲਓ, ਕੋਈ ਸੰਖਿਆਵਾਂ ਨੇ। ਜੇਕਰ ਕੋਈ ਦੋ ਨਾਮਾਲੂਮ ਜਾਂ ਅਗਿਆਤ ਸੰਖਿਆਵਾਂ ਦਾ ਮਹੱਤਮ ਐਮ ਹੋਵੇ, ਦਿੱਤਾ ਹੈ ਉਹਨਾਂ ਨੇ ਸਵਾਲ ਜੇ, ਇੱਦਾਂ ਦੇ ਸਵਾਲ ਮੈਂ ਕੋਸ਼ਿਸ਼ ਕਰਾਂਗਾ ਜਦੋਂ ਸਾਰੇ ਸਿਧਾਂਤ ਮੁੱਕ ਜਾਣਗੇ ਤੇ ਉਦਾਹਰਨ ਦੇ ਤੌਰ ਤੇ ਇੱਦਾਂ ਦੇ ਸਵਾਲ ਮੈਂ ਤੁਹਾਡੇ ਲਈ ਲੈ ਕੇ ਆਵਾਂਗਾ ਵੀਡੀਓ ਵਿੱਚ, ਫਿਰ ਤੁਹਾਨੂੰ ਛੇਤੀ ਸਮਝ ਆਏਗੀ। ਪਰ ਇਹ ਨੁਕਤੇ ਤੁਸੀਂ ਨੋਟ ਕਰ ਲੈਣੇ ਜ਼ਰੂਰ। ਜੇਕਰ ਕੋਈ ਦੋ ਅਗਿਆਤ ਸੰਖਿਆਵਾਂ ਦਾ ਮਹੱਤਮ m ਹੋਵੇ ਤਾਂ ਸੰਖਿਆਵਾਂ ਦਾ ਰੂਪ m a ਅਤੇ m b ਹੋਏਗਾ। ਮਤਲਬ ਕਿ a ਔਰ b ਮੰਨ ਲਿਆ, ਜਿੱਥੇ a ਅਤੇ b ਸਹਿ ਅਪਾਜ ਹਨ। ਸਾਨੂੰ ਦੋ ਸੰਖਿਆਵਾਂ ਅਸੀਂ ਪਤਾ ਕਰਨੀਆਂ, ਦਿੱਤੀਆਂ ਨਹੀਂ ਹੋਈਆਂ ਉਹਨਾਂ ਨੇ, ਪਰ ਉਹਨਾਂ ਦਾ ਮਹੱਤਮ ਦਿੱਤਾ ਤੇ ਨਾਲ ਕੋਈ ਹੋਰ ਜਾਣਕਾਰੀ ਦਿੱਤੀ ਹੈ। ਤੇ ਅਸੀਂ ਉਹਨੂੰ ਕਿੱਦਾਂ ਮੰਨਾਂਗੇ ਵੀ ਕਿਹੜੀ ਸੰਖਿਆ ਮੰਨੀ ਜਾਏ? ਤੇ ਅਸੀਂ ਕਵਾਂਗੇ ਕਿ ਮੰਨ ਲਓ ਉਹ ਦੋ ਸੰਖਿਆਵਾਂ ਹੈਗੀਆਂ ਨੇ m a ਅਤੇ m b। m ਕੀ ਹੈਗਾ? ਜੋ ਮਹੱਤਮ ਦਿੱਤਾ ਹੋਇਆ ਹੈ। m ਹੈਗਾ ਜੋ ਮਹੱਤਮ ਦਿੱਤਾ ਹੋਇਆ। ਸੋ m ਗੁਣਾ a ਤੇ m ਗੁਣਾ b, ਪਰ ਨਾਲ ਜਿਹੜੀ ਸ਼ਰਤ ਕਿਹੜੀ ਹੈ? a ਅਤੇ b ਸਹਿ ਅਪਾਜ ਹਨ। ਬੜੀ ਹੀ ਮਹੱਤਵਪੂਰਨ ਗੱਲ ਹੈ, ਬੜੀ ਕੀਮਤੀ ਗੱਲ ਹੈ। ਜੇ ਇਹ ਨੁਕਤਾ ਨਹੀਂ ਪਤਾ ਹੋਏਗਾ ਤੇ ਬੱਚਿਓ ਐਚਸੀਐਫ ਦੇ ਸਵਾਲ ਨਹੀਂ ਹੋਣਗੇ। ਕਈ ਬਹੁਤ ਸਾਰੇ ਸਵਾਲ ਐਸੇ ਹੁੰਦੇ ਨੇ ਜਿਨ੍ਹਾਂ ਵਿੱਚ ਇਹ ਨੁਕਤਾ ਵਰਤਿਆ ਜਾਂਦਾ ਹੈ। ਠੀਕ ਹੈ। ਅਗਲੀ ਗੱਲ, ਸੰਖਿਆਵਾਂ ਦਾ ਮਹੱਤਮ ਸੰਖਿਆਵਾਂ ਦਾ ਪੂਰਾ ਭਾਜਕ ਹੁੰਦਾ ਹੈ। ਇਹ ਮੈਂ ਗੱਲ ਤਾਂ ਦੁਹਰਾਈ ਹੈ, ਕਈ ਵਾਰ ਸਵਾਲ ਇਦਾਂ ਦੇ ਆ ਜਾਂਦੇ ਨੇ, ਉਹ ਕਹਿੰਦੇ ਵੀ ਭਾਜਕ ਇਹਦਾ ਐਚਸੀਐਫ ਕੱਢੋ, ਐਚਸੀਐਫ ਕੱਢੋ, ਤੇ ਨਿਕਲ ਤੇ ਜਾਂਦਾ ਪਰ ਉਹ ਐਚਸੀਐਫ ਠੀਕ ਨਹੀਂ ਹੁੰਦਾ। ਮਤਲਬ ਕਿ ਉਹ ਸੰਖਿਆ ਮੁਮਕਿਨ ਨਹੀਂ ਹੁੰਦੀ। ਇਹ ਜਦੋਂ ਮੈਂ ਸਵਾਲ ਤੁਹਾਨੂੰ ਕਰਾਂ, ਤੁਹਾਡੇ ਲਈ ਲੈ ਕੇ ਆਵਾਂਗਾ ਤਾਂ ਤੁਹਾਨੂੰ ਇਹ ਗੱਲ ਸਮਝ ਆ ਜਾਏਗੀ। ਸੋ ਜਦੋਂ ਅਸੀਂ ਇਸ ਤਰ੍ਹਾਂ ਸਵਾਲ ਪਾਏ ਜਾਣ ਕਿ ਇਹ ਦੋ ਸੰਖਿਆਵਾਂ ਹੈਗੀਆਂ ਤੇ ਇੱਕ ਸੰਖਿਆ ਦਿੱਤੀ ਹੈ, ਦੂਜੀ ਨਹੀਂ ਦਿੱਤੀ, ਤੇ ਉਹਦਾ ਮਹੱਤਮ ਹੈਗਾ, ਜਾਂ ਇਹਨਾਂ ਦਾ ਮਹੱਤਮ ਕੱਢੋ, ਉਹ ਫਿਰ ਕੀ ਹੁੰਦਾ? ਕਈ ਵਾਰ ਸਾਨੂੰ ਚੈੱਕ ਕਰਨਾ ਚਾਹੀਦਾ ਹੈ ਕਿ ਕੀ ਮਹੱਤਮ ਸਾਰੀ ਸੰਖਿਆਵਾਂ ਨੂੰ ਪੂਰਾ ਭਾਗ ਕਰਦਾ ਹੈ ਜਾਂ ਨਹੀਂ। ਕਈ ਵਾਰ ਸਵਾਲ ਇਦਾਂ ਦਾ ਟੇਢਾ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਪੇਪਰਾਂ ਵਿੱਚ, ਜਿਹਦੇ ਵਿੱਚ ਤੁਹਾਨੂੰ ਸਵਾਲ ਤੇ ਆ ਜਾਂਦਾ ਹੈ, ਤੁਸੀਂ ਦੱਸਦੇ ਤੇ ਹੈਗੇ ਹੋ, ਪਰ ਉਹ ਸਵਾਲ ਸਾਰੀਆਂ ਸ਼ਰਤਾਂ ਨੂੰ ਉਹ ਜਿਹੜਾ ਜਵਾਬ ਹੈ ਸਾਰੀ ਸ਼ਰਤਾਂ ਨੂੰ ਪੂਰਾ ਨਹੀਂ ਕਰਦਾ ਹੁੰਦਾ। ਪਰ ਤੁਸੀਂ ਬਸ ਇਹ ਗੱਲ ਯਾਦ ਰੱਖਣੀ ਹੈ ਕਿ ਜਿਹੜਾ ਮਹੱਤਮ ਹੋਏਗਾ, ਜਿਹੜੀ ਸੰਖਿਆਵਾਂ ਦਾ ਮਹੱਤਮ ਹੈਗਾ, ਉਹ ਸਾਰੀ ਸੰਖਿਆਵਾਂ ਦਾ ਪੂਰਾ ਭਾਜਕ ਹੋਏਗਾ। ਜੇ ਉਹ ਪੂਰਾ ਭਾਜਕ ਸਾਰੀ ਸੰਖਿਆਵਾਂ ਦਾ ਨਹੀਂ ਹੈਗਾ ਤੇ ਫਿਰ ਉਹ ਮਹੱਤਮ ਨਹੀਂ ਹੈਗਾ। ਅਗਲੀ ਆਖਰੀ ਗੱਲਾਂ, ਦੋ ਸੰਖਿਆਵਾਂ ਦਾ ਮਹੱਤਮ ਕਦੇ ਵੀ ਸੰਖਿਆਵਾਂ ਦੇ ਅੰਤਰ ਤੋਂ ਵੱਡਾ ਨਹੀਂ ਹੁੰਦਾ। ਅਗਲੀ ਗੱਲ, ਪਹਿਲੀ ਗੱਲ ਅਸੀਂ ਕੀ ਕਹੀ ਹੈ ਕਿ ਮਹੱਤਮ ਕਦੀ ਵੀ ਸਭ ਤੋਂ ਛੋਟੀ ਸੰਖਿਆ ਤੋਂ ਵੱਡਾ ਕਦੀ ਨਹੀਂ ਹੋਏਗਾ। ਅਗਲੀ ਗੱਲ ਇੱਕ ਹੋਰ ਜਿਹੜੀ ਹੈ ਕਿ ਦੋ ਸੰਖਿਆਵਾਂ ਦਾ ਮਹੱਤਮ ਕਦੇ ਵੀ ਦੋ ਸੰਖਿਆਵਾਂ ਦੀ ਗੱਲ ਹੈ, ਦੋ ਸੰਖਿਆਵਾਂ ਦੇ ਅੰਤਰ ਤੋਂ ਵੱਡਾ ਨਹੀਂ ਹੋਏਗਾ ਕਦੀ ਵੀ, ਉਹ ਤੋਂ ਛੋਟਾ ਹੋਏਗਾ ਜਾਂ ਵੱਡਾ ਹੋਏਗਾ। ਇਹ ਮਤਲਬ ਕਿ ਜਾਂ ਅੰਤਰ ਜਿੰਨਾ ਹੋਏਗਾ ਤੇ ਜਾਂ ਅੰਤਰ ਤੋਂ ਛੋਟਾ ਹੋਏਗਾ। ਫਿਰ ਉਹ ਛੋਟਾ ਦਾ ਕੀ ਮਤਲਬ ਹੈ? ਮਹੱਤਮ ਜਾਂ ਤੇ ਅੰਤਰ ਦੇ ਬਰਾਬਰ ਹੋਏਗਾ ਤੇ ਜਾਂ ਅੰਤਰ ਦਾ ਗੁਣਨਖੰਡ ਹੋਏਗਾ। ਮਤਲਬ ਕਿ ਜਾਂ ਤੇ ਅੰਤਰ ਹੋਏਗਾ ਤੇ ਜਾਂ ਅੰਤਰ ਤੋਂ ਛੋਟਾ ਹੋਏਗਾ, ਤੇ ਅੰਤਰ ਤੋਂ ਛੋਟੀ ਕੋਈ ਵੀ ਸੰਖਿਆ ਨਹੀਂ ਹੋ ਸਕਦੀ, ਇਦਾਂ ਨਹੀਂ ਕਹਿ ਸਕਦੇ। ਉਹ ਅੰਤਰ ਤੋਂ ਛੋਟੀ ਸੰਖਿਆ ਵੀ ਕਿਹੜੀ ਹੋਏਗੀ? ਉਹ ਹੋਣੀ ਚਾਹੀਦੀ ਹੈ, ਕੀ ਕਹਿੰਦੇ ਆਪਣਾ, ਉਹਦਾ ਗੁਣਨਖੰਡ ਹੋਣੀ ਚਾਹੀਦੀ, ਉਸ ਅੰਤਰ ਦਾ ਗੁਣਨਖੰਡ ਹੋਣੀ ਚਾਹੀਦੀ ਹੈ। ਜਿੱਦਾਂ ਮੰਨ ਲਓ ਕਿ ਅੰਤਰ ਆ ਰਿਹਾ 10 ਦੋ ਸੰਖਿਆਵਾਂ ਦਾ, ਤੇ ਜਾਂ ਤੇ ਉਹ ਜਿਹੜਾ ਮਹੱਤਮ ਆਏਗਾ ਜਾਂ ਤੇ 10 ਹੋ ਸਕਦਾ ਹੈ, ਤੇ ਜਾਂ 2 ਹੋ ਸਕਦਾ ਹੈ, ਜਾਂ 5 ਹੋ ਸਕਦਾ ਹੈ, 1 ਹੋ ਸਕਦਾ ਹੈ। ਕਿਉਂਕਿ 1, 2 ਔਰ 5 ਜਿਹੜੇ ਨੇ ਉਹ 10 ਦੇ ਗੁਣਨਖੰਡ ਹਨ। ਉਹ 6, 7 ਜਾਂ 8 ਨਹੀਂ ਹੋ ਸਕਦਾ, ਕਿਉਂਕਿ 6, 7, 8 ਜਿਹੜਾ ਹੈ 4 ਵੀ ਨਹੀਂ ਹੋ ਸਕਦਾ, 3 ਵੀ ਨਹੀਂ ਹੋ ਸਕਦਾ, ਕਿਉਂਕਿ 3, 4, 6, 7, 8 ਜਿਹੜੇ ਨੇ 9 ਨੇ, ਇਹ 10 ਦੇ ਗੁਣਨਖੰਡ ਨਹੀਂ ਹੈਗੇ। ਸੋ ਬੱਚਿਓ ਇਹ ਵੀ ਜਿਹੜੀ ਬੜੀ ਕੀਮਤੀ ਚੀਜ਼ ਹੈ। ਕਈ ਵਾਰ ਜਿਹੜੇ ਸਵਾਲ ਇਦਾਂ ਦੇ ਆਉਂਦੇ ਨੇ ਤੇ ਜ਼ੁਬਾਨੀ ਜਿਹੜੇ 4 ਜਵਾਬ ਦਿੱਤੇ ਹੋਣ ਸਹੀ, ਤੇ ਉਹਨਾਂ ਚੋਂ ਸਹੀ ਜਵਾਬ ਤੇ ਠੀਕ ਦਾ ਨਿਸ਼ਾਨ ਲਗਾਉਣਾ ਹੋਵੇ, ਤੇ ਫਿਰ ਸਵਾਲ ਸਾਨੂੰ ਸਾਰੇ ਹੱਲ ਕਰਨ ਦੀ ਲੋੜ ਨਹੀਂ ਹੁੰਦੀ। ਜ਼ੁਬਾਨੀ ਇੱਦਾਂ ਦੇ ਨੁਕਤੇ ਲਾ ਕੇ ਫਿਰ ਅਸੀਂ ਸਹੀ ਜਵਾਬ ਦਾ ਪਤਾ ਲਗਾ ਸਕਦੇ ਹਾਂ। ਠੀਕ ਹੈ। ਇਹ ਦੇਖੋ ਮੈਂ ਇੱਥੇ ਲਿਖਿਆ ਵੀ ਹੈ, ਇਹ ਨੁਕਤਾ ਜ਼ੁਬਾਨੀ ਅਤੇ ਝਟਪਟ ਮਹੱਤਮ ਪ੍ਰਾਪਤ ਕਰਨ ਵਿੱਚ ਸਹਾਈ ਹੁੰਦਾ ਹੈ। ਠੀਕ ਹੈ ਜੀ।
ਅਗਲੀ ਗੱਲ ਬੜੀ ਇੰਪੋਰਟੈਂਟ, ਕੋਈ ਵੀ ਦੋ ਸੰਖਿਆਵਾਂ ਨੂੰ ਜੇ ਉਹਨਾਂ ਦੇ ਅੰਤਰ ਨਾਲ ਜਾਂ ਅੰਤਰ ਦੇ ਕਿਸੇ ਗੁਣਨਖੰਡ ਨਾਲ ਭਾਗ ਕੀਤਾ ਜਾਏ ਤਾਂ ਬਾਕੀ ਉਹੀ ਆਏਗਾ। ਬਾਕੀ ਮੈਨੇ ਸੇਮ ਰਿਮਾਈਂਡਰ ਆਏਗਾ। ਤਿੰਨੋਂ ਦੋ ਸੰਖਿਆਵਾਂ ਲੈ ਲਓ, ਕੋਈ ਵੀ ਦੋ ਸੰਖਿਆਵਾਂ ਦੇ ਦੋਨੋਂ ਨੂੰ ਅੰਤਰ ਨਾਲ ਭਾਗ ਕਰਕੇ ਦੇਖੋ ਤੇ ਉਹਨਾਂ ਦਾ ਰਿਮਾਈਂਡਰ ਸੇਮ ਆਏਗਾ, ਜਾਂ 0 ਜਾਂ 1 2 3 ਜਿੰਨਾ ਵੀ ਰਿਮਾਈਂਡਰ ਬਾਕੀ ਹੈ ਇੱਕੋ ਆਏਗਾ। ਤੇ ਫਿਰ ਤੁਸੀਂ ਕੀ ਕਰੋ, ਉਸ ਉਹ ਜਿਹੜਾ ਅੰਤਰ ਹੈ ਉਹਦੇ ਗੁਣਨਖੰਡਾਂ ਦੇ ਨਾਲ ਭਾਗ ਕਰਕੇ ਦੇਖੋ, ਫਿਰ ਵੀ ਦੋਨਾਂ ਦਾ ਰਿਮਾਈਂਡਰ ਦੋਨਾਂ ਦਾ ਬਾਕੀ ਸੇਮ ਆਏਗਾ। ਇਹ ਵੀ ਬੜੀ ਹੀ ਮਹੱਤਵਪੂਰਨ ਗੱਲ ਹੈ, ਜੋ ਤੁਸੀਂ ਅਗਲੇਰੀ ਕਲਾਸਾਂ ਵਿੱਚ, ਜਿਹੜੇ ਬੱਚੇ ਛੋਟੀ ਕਲਾਸਾਂ ਦੇ ਨੇ ਉਹਨਾਂ ਨੂੰ ਸ਼ਾਇਦ ਇਹ ਗੱਲ ਨਾ ਸਮਝ ਆਏ, ਪਰ ਜਿਹੜੇ ਬੱਚੇ 8ਵੀਂ 9ਵੀਂ 10ਵੀਂ ਚ ਹੈਗੇ ਨੇ ਉਹਨਾਂ ਲਈ ਇਹ ਗੱਲ ਬੜੀ ਕੀਮਤੀ ਹੈ। ਤੇ ਖਾਸ ਤੌਰ ਤੇ ਜਦੋਂ ਤੁਸੀਂ ਕੰਪੀਟੀਸ਼ਨ ਦੇ ਪੇਪਰ ਦੋਗੇ, ਰੇਲਵੇ ਦੇ, ਪੁਲਿਸ ਦੇ, CRPF ਦੇ, ਜਾਂ ਆਪਣੇ ਬੈਂਕਿੰਗ ਦੇ ਜਾਂ SSC ਦੇ, ਉਹਨਾਂ ਵਿੱਚ ਜਿਹੜੇ ਇਹ ਨੁਕਤੇ ਨੇ ਇਹ ਬੜੇ ਹੀ ਕੰਮ ਆਉਂਦੇ ਨੇ। ਸੋ ਐਸੀ ਪਿਆਰੇ ਵਿਦਿਆਰਥੀਓ, ਮਹੱਤਮ ਜਾਂ HCF ਦੀਆਂ ਉਹ ਕੀ ਹੁੰਦਾ ਹੈ, HCF ਕੱਢਣ ਦੀਆਂ 4 ਵਿਧੀਆਂ ਤੁਹਾਨੂੰ ਦੱਸੀਆਂ ਗਈਆਂ ਨੇ ਤੇ ਉਹਦੇ ਨਾਲ ਜੁੜੇ ਹੋਏ ਜਿਹੜੇ ਨੁਕਤੇ ਨੇ ਉਹ ਤੁਹਾਨੂੰ ਦੱਸੇ ਨੇ, ਉਦਾਹਰਨ ਵੀ ਦੱਸੇ ਨੇ। ਆਉਣ ਵਾਲੇ ਸਮੇਂ 'ਚ HCF ਦੇ ਨਾਲ ਜੁੜੇ ਹੋਏ ਉਦਾਹਰਨ ਦੇ ਤੌਰ ਤੇ ਤੁਹਾਡੇ ਲਈ ਕੋਈ ਸਵਾਲ ਵੀ ਲੈ ਕੇ ਆਵਾਂਗੇ, ਤਾਂ ਕਿ ਜਿਹੜੇ ਨੁਕਤੇ ਤੁਹਾਨੂੰ ਲਿਖ ਕੇ ਦੱਸੇ ਨੇ ਇਹਨਾਂ ਦੀ ਪ੍ਰੈਕਟੀਕਲ ਐਪਲੀਕੇਸ਼ਨ ਇਹ ਕਿਵੇਂ ਵਰਤਣਾ ਨੇ ਉਹਦੇ ਬਾਰੇ ਤੁਹਾਨੂੰ ਦੱਸਿਆ ਜਾਏਗਾ। ਸੋ ਤੁਸੀਂ ਇਸੇ ਤਰ੍ਹਾਂ ਡਟ ਕੇ ਮਿਹਨਤ ਦੇ ਨਾਲ ਆਪਣੀ ਪੜ੍ਹਾਈ ਕਰੀ ਚਲੋ ਤੇ ਅਗਲੇ ਵੀਡੀਓ ਤੱਕ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ।